ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵੱਖ-ਵੱਖ ਇਲਾਕਿਆਂ ਦੇ ਵਿੱਚੋਂ ਵੱਖ-ਵੱਖ ਥਾਵਾਂ ਤੋਂ ਹੁੰਦਿਆਂ ਹੋਇਆਂ ਮਨਮਤ ਦਾ ਨਾਸ਼ ਕਰਦਿਆਂ ਗੁਰਮਤ ਦਾ ਪ੍ਰਕਾਸ਼ ਕਰਦਿਆਂ ਹੋਇਆਂ ਭੁੱਲੀਆਂ ਹੋਇਆਂ ਨੂੰ ਭਟਕੀਆਂ ਹੋਇਆਂ ਨੂੰ ਸਿੱਧੇ ਮਾਰਗ 'ਤੇ ਪਾਉਂਦੇ ਇੱਕ ਇਲਾਕੇ ਵਿੱਚ ਪਹੁੰਚੇ ਨੇ, ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਉੱਥੋਂ ਦੇ ਰਹਿਣ ਵਾਲੇ ਲੋਕ ਜਿਹੜੇ ਨੇ ਉਹਨਾਂ ਨੂੰ ਨਿਵਾਜਿਆ। ਔਰ ਇਸ ਇਲਾਕੇ ਦਾ ਜਿਹੜਾ ਰਾਜਾ ਹੈ ਸਤਿਗੁਰੂ ਜੀ ਦੇ ਪਾਸ ਤਿਲ ਫੁੱਲ ਭੇਟ ਲੈ ਕੇ ਹਾਜ਼ਰ ਹੋਇਆ। ਸਤਿਗੁਰੂ ਮਹਾਰਾਜ ਜੀ ਨੂੰ ਆਖਿਆ, ਸਾਨੂੰ ਉਪਦੇਸ਼ ਦਿਓ, ਜੀਵਨ ਦੀ ਜਾਂਚ ਦੱਸੋ, ਕਿਵੇਂ ਇਹ ਜੀਵਨ ਸਫਲ ਹੋਏਗਾ। ਗੁਰੂ ਪਾਤਸ਼ਾਹ ਜੀ ਨੇ ਦੱਸਿਆ ਕਿ ਸਤ ਸੰਗਤ ਕਰੋ, ਪਰਮੇਸ਼ਵਰ ਦੇ ਨਾਮ ਦੀ ਸੰਭਾਲ ਕਰੋ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਉਹਨਾਂ ਨੂੰ ਉਪਦੇਸ਼ ਦੇ ਰਹੇ ਨੇ। ਅਗਲੇਰੇ ਪ੍ਰਸੰਗ ਦਾ ਜ਼ਿਕਰ ਕਵੀ ਜੀ ਕਰਦੇ ਨੇ, ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ ਜੀ। ਕਰੋ ਸੰਤ ਸੰਗੰ ਚਿਰੰਕਾਲ ਹਿਤਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਉਪਦੇਸ਼ ਦਿੰਦਿਆਂ ਆਖ ਰਹੇ ਨੇ ਕਿ ਚਿਰੰਕਾਲ ਲੰਮੇ ਸਮੇਂ ਤੱਕ ਗੁਰਮੁਖਾਂ ਦੀ ਸੰਗਤ ਕਰਕੇ ਪਰਮੇਸ਼ਵਰ ਦੇ ਨਾਮ ਦੀ ਸੰਭਾਲ ਕਰਨੀ ਚਾਹੀਦੀ ਹੈ। ਹਿਰਦਾ ਸ਼ੁੱਧ ਹੋਵੇ ਭਜੋ ਨਾਮ ਸਵੇਤਾ। ਗੁਰਮੁਖਾਂ ਦੀ ਸੰਗਤ ਕਰਨ ਦੇ ਨਾਲ, ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਨ ਦੇ ਨਾਲ ਹਿਰਦਾ ਸ਼ੁੱਧ ਹੋ ਜਾਂਦਾ ਹੈ। ਭਾਵ ਮਨ ਵਿੱਚੋਂ ਜੋ ਮਲੀਨਤਾ ਹੈ ਉਹ ਨਿਕਲ ਜਾਂਦੀ ਹੈ। ਦੁਰਮਤ ਦਾ ਨਾਸ਼, ਦੁਰਮਤ ਦਾ ਅਰਥ ਹੁੰਦਾ ਭੈੜੀ ਮਤ ਖਤਮ ਹੋ ਜਾਂਦੀ ਹੈ। ਔਰ ਚੰਗੀ ਮਤ ਦਾ ਜੀਵਨ ਜਿਹੜਾ ਇਹ ਬਣਦਾ ਹੈ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ। ਭੇਟਤ ਦਾ ਅਰਥ ਹੈ ਮਿਲਣਾ। ਜਦੋਂ ਅਸੀਂ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਪਰਮੇਸ਼ਵਰ ਦੇ ਨਾਮ ਨਾਲ ਜੁੜਾਂਗੇ ਤੇ ਸਾਹਿਬ ਜੀ ਕਹਿੰਦੇ ਨੇ ਦੁਰਮਤ ਖੋਈ, ਭੈੜੀ ਮਤ ਖਤਮ ਹੋ ਜਾਂਦੀ ਹੈ। ਤੇ ਜਦੋਂ ਭੈੜੀ ਮਤ ਖਤਮ ਹੋ ਜਾਏ, ਚੰਗੀ ਮਤ ਅੰਦਰ ਆ ਜਾਏ, ਫਿਰ ਪਰਮੇਸ਼ਵਰ ਦੇ ਨਾਮ ਦਾ ਰੰਗ ਲੱਗਦਾ ਹੈ। ਸਤਿਗੁਰੂ ਮਹਾਰਾਜ ਨੇ ਆਖਿਆ, ਤੁਸੀਂ ਵਡਮੁੱਲਾ ਜਨਮ ਹੈ, ਇਹ ਵਡਮੁੱਲੇ ਜਨਮ ਨੂੰ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਇਸ ਤਰ੍ਹਾਂ ਦਾ ਜੀਵਨ ਨਹੀਂ ਜਿਉਣਾ। ਨਾਮ ਦੇ ਅਭਿਆਸੀ ਬਣੋ, ਗੁਰਮੁਖਾਂ ਦੀ ਸੰਗਤ ਕਰੋ, ਇਹਦੇ ਨਾਲ ਚੰਗੀ ਮਤ ਜਿਹੜੀ ਹੈ ਉਹ ਅੰਦਰ ਬਣਦੀ ਹੈ। ਕਹੇ ਬੈਣ ਐਸੇ ਪਦੰ ਧੋਏ ਦੀਨੀ। ਇਸ ਤਰ੍ਹਾਂ ਬੈਣ ਦਾ ਅਰਥ ਹੈ ਬਚਨ। ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਜਦੋਂ ਇਹ ਪਾਵਨ ਬਚਨ ਆਖੇ, ਉਹਨਾਂ ਨੇ ਹੱਥ ਜੋੜ ਕੇ ਆਖਿਆ, ਮਹਾਰਾਜ ਜੀ ਸਾਨੂੰ ਆਪਣੇ ਚਰਨਾਂ ਦਾ ਸੇਵਕ ਬਣਾਓ। ਅਸੀਂ ਸੇਵਕ ਬਣ ਕੇ ਤੁਹਾਡੀ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸਫਲ ਕਰਨਾ ਚਾਹੁੰਦੇ ਹਾਂ। ਗੁਰੂ ਸਾਹਿਬ ਮਹਾਰਾਜ ਨੇ ਉਸ ਵੇਲੇ ਇਹਨਾਂ ਤੇ ਕਿਰਪਾ ਕੀਤੀ ਹੈ। ਕਰੀ ਧਰਮਸ਼ਾਲੰ ਭਲੀ ਰੀਤ ਚੀਨੀ। ਸਾਹਿਬ ਜੀ ਨੇ ਆਖਿਆ ਵੀ ਇੱਥੇ ਧਰਮਸਾਲ ਬਣਾਓ, ਜਿੱਥੇ ਬੈਠ ਕੇ ਤੁਸੀਂ ਧਰਮ ਦੀ ਕਮਾਈ ਕਰ ਸਕੋ, ਜਿੱਥੇ ਬੈਠ ਕੇ ਤੁਸੀਂ ਪਰਮੇਸ਼ਵਰ ਦੇ ਨਾਮ ਦਾ ਅਭਿਆਸ ਕਰ ਸਕੋ। ਸਤਿਗੁਰੂ ਮਹਾਰਾਜ ਨੇ ਇਸ ਇਲਾਕੇ ਵਿੱਚ ਧਰਮਸਾਲ ਜਿਹੜੀ ਹੈ ਉਹ ਬਣਵਾ ਕੇ ਸੇਵਾ ਔਰ ਸਿਮਰਨ ਸਤ ਸੰਗਤ ਦੇ ਨਾਲ ਜੁੜਿਆ। ਧਿਆਨ ਰੱਖਣਾ, ਇੱਕ ਇਲਾਕੇ ਦੇ ਵਿੱਚ ਇੱਕ ਹੀ ਧਰਮਸਾਲ ਹੋਵੇ ਤੇ ਸਾਰੇ ਇਕੱਤਰ ਹੋ ਕੇ ਨਾਮ ਦੇ ਰੰਗ ਵਿੱਚ ਆਪਾਂ ਰੰਗ ਸਕਦੇ ਹਾਂ। ਪਰ ਜੋ ਇਹਨਾਂ ਸਮਿਆਂ ਦੇ ਵਿੱਚ ਆਪਾਂ ਵੇਖਿਆ ਕਿ ਇਲਾਕਾ ਇੱਕ ਹੈ ਪਰ ਧਰਮਸਾਲ ਬਹੁਤ ਹੈ। ਇਲਾਕਾ ਇੱਕ, ਪਿੰਡ ਇੱਕ ਹੈ, ਪਰ ਉਹਦੇ ਵਿੱਚ 4-4 ਗੁਰੂ ਘਰ ਬਣ ਗਏ, 4-4 ਧਰਮ ਅਸਥਾਨ ਬਣ ਗਏ। ਹੁਣ ਉਹ ਜਿਹੜੀ ਸੰਗਤ ਹੈ ਉਹ 4 ਹਿੱਸਿਆਂ ਵਿੱਚ ਵੰਡੀ ਗਈ। ਅਸੀਂ ਤੇ ਗੁਰਮੁਖਾਂ ਦੀ ਸੰਗਤ ਕਰਕੇ ਵੰਡੀਆਂ ਨਹੀਂ ਸੀ ਪਾਉਣੀਆਂ, ਸਗੋਂ ਇੱਕ ਹੀ ਛੱਤ ਦੇ ਹੇਠਾਂ, ਇੱਕ ਹੀ ਨਿਸ਼ਾਨ ਦੇ ਹੇਠਾਂ ਇਕੱਤਰ ਹੋ ਕੇ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰੰਗਣਾ ਸੀ। ਗੁਰੂ ਮਹਾਰਾਜ ਨੇ ਇਸ ਇਲਾਕੇ ਵਿੱਚ ਕੋਈ ਐਸੀ ਧਰਮਸਾਲ, ਭਾਵ ਕੋਈ ਐਸੀ ਥਾਂ ਨਹੀਂ ਜਿੱਥੇ ਬੈਠ ਕੇ ਨਾਮ ਦੀ ਕਮਾਈ ਕੀਤੀ ਜਾ ਸਕੇ। ਇਸ ਲਈ ਮਹਾਰਾਜ ਨੇ ਇੱਥੇ ਧਰਮਸਾਲ ਬਣਵਾ ਕੇ ਇਹਨਾਂ ਨੂੰ ਨਾਮ ਸਿਮਰਨ ਨਾਲ ਜੋੜਿਆ ਹੈ। ਕਿਤੇ ਦਿਓਸ ਬਾਸੇ ਚੜੇ ਔਰ ਦੇਸ਼ਾ। ਕਿਤੇ ਦਿਓਸ ਬਾਸੇ, ਦਿਓਸ ਦਾ ਮਤਲਬ ਦਿਵਸ, ਦਿਨ, ਕਈ ਦਿਨ ਫਿਰ ਮਹਾਰਾਜ ਜੀ ਇੱਥੇ ਵਸ ਕੇ ਅਗਲੇ ਇਲਾਕੇ ਵੱਲ ਨੂੰ ਚਾਲੇ ਪਾਏ ਹਨ। ਕਲੀ ਕਾਲ ਕੇ ਤਰਬੇ ਜਾਹੇ ਬੇਸਾ। ਅੱਗੇ ਗੁਰੂ ਸਾਹਿਬ ਜੀ ਨੇ ਚਾਲੇ ਕਿਉਂ ਪਾਏ ਆ? ਕਿਉਂਕਿ ਇਹ ਕਲਯੁਗ, ਭਾਵ ਵਿਕਾਰਾਂ ਦਾ ਸਮਾਂ ਹੈ ਤੇ ਇਸ ਵਿਕਾਰਾਂ ਦੇ ਵਿੱਚੋਂ ਦੀ ਇੱਕ ਹੀ ਤਰੀਕੇ ਦੇ ਨਾਲ ਬਚਿਆ ਜਾ ਸਕਦਾ ਹੈ, ਉਹ ਹੈ ਪਰਮੇਸ਼ਵਰ ਦੇ ਨਾਮ ਦੇ ਨਾਲ ਜੁੜ ਕੇ। ਬੁਰਾਈਆਂ ਤੋਂ ਤਾਂ ਹੀ ਬਚਿਆ ਜਾ ਸਕਦਾ ਹੈ ਜੇ ਅਸੀਂ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰੰਗਾਂਗੇ। ਸਤਿਗੁਰੂ ਜੀ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਅੱਗੇ ਨੂੰ ਚਾਲੇ ਪਾਏ ਹਨ। ਲਏ ਸੰਗ ਮੋਕੋ ਚਲੇ ਜਾਹੇ ਤਿਨੋ। ਲਏ ਸੰਗ ਮੋਕੋ, ਮੋਕੋ ਦਾ ਅਰਥ ਮੈਨੂੰ। ਮੈਨੂੰ ਇਹ ਕੌਣ ਕਹਿ ਰਿਹਾ? ਭਾਈ ਬਾਲਾ ਜੀ ਕਹਿ ਰਿਹਾ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਮੈਨੂੰ ਆਪਣੇ ਨਾਲ ਲਿਆ ਹੈ। ਅਗੰ ਦਮ ਭਾਰੋ ਛਿਤੰ ਹੀਣ ਕੀਨੋ। ਚਲੇ ਜਾਹੇ ਤਿੰਨੋਂ, ਤਿੰਨੋਂ ਦਾ ਅਰਥ ਭਾਈ ਮਰਦਾਨਾ ਜੀ, ਭਾਈ ਬਾਲਾ ਜੀ ਤੇ ਗੁਰੂ ਨਾਨਕ ਸਾਹਿਬ, ਤਿੰਨੇ ਜਣੇ ਅਸੀਂ ਜਿਹੜਾ ਉਹ ਚੱਲ ਰਹੇ ਹਾਂ। ਅਗੰਗ ਦੰਭ ਭਾਰੇ। ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਉਂ ਇਹ ਸੰਸਾਰ ਦਾ ਭਰਮਣ ਕਰ ਰਹੇ ਆ? ਕਿਉਂਕਿ ਇਸ ਧਰਤੀ ਤੇ ਅਕਿਰਤ ਕਣਾਂ ਦਾ ਭਾਰ ਬਹੁਤ ਜ਼ਿਆਦਾ ਹੈ। ਇਹ ਧਰਤੀ ਨੂੰ ਪੁੱਛੋ ਕਿ ਤੈਨੂੰ ਭਾਰ ਸਭ ਤੋਂ ਵੱਧ ਕਿਹਦਾ ਲੱਗਦਾ ਹੈ? ਵੱਡੇ ਵੱਡੇ ਭਾਰੀ ਰੁੱਖ ਇਸ ਧਰਤੀ ਦੇ ਉੱਤੇ ਖਲੋਤੇ ਨੇ, ਕਿ ਇਹਨਾਂ ਵੱਡੇ ਵੱਡੇ ਭਾਰੀ ਰੁੱਖਾਂ ਦਾ ਭਾਰ ਹੈ? ਧਰਤੀ ਨੇ ਆਖਣਾ ਨਹੀਂ। ਮੈਨੂੰ ਇਹਨਾਂ ਬਨਸਪਤੀ, ਇਹ ਜੰਗਲ, ਇਹ ਵੱਡੇ ਵੱਡੇ ਰੁੱਖ ਜਿਹੜੇ ਨੇ ਇਹਨਾਂ ਦਾ ਭਾਰ ਮਹਿਸੂਸ ਹੀ ਨਹੀਂ ਹੁੰਦਾ। ਇੰਨੇ ਵੱਡੇ ਵੱਡੇ ਪਹਾੜ ਨੇ ਇਸ ਧਰਤੀ ਦੇ ਉੱਤੇ, ਕਿ ਇਹਨਾਂ ਵੱਡੇ ਪਹਾੜਾਂ ਦਾ ਭਾਰ ਹੈ? ਧਰਤੀ ਨੇ ਆਖਿਆ ਨਹੀਂ, ਮੈਨੂੰ ਇਹਨਾਂ ਦਾ ਵੀ ਭਾਰ ਮਹਿਸੂਸ ਨਹੀਂ ਹੁੰਦਾ। ਪੁੱਛਿਆ ਵੀ ਤੈਨੂੰ ਭਾਰ ਹੈ ਕਾਹਦਾ? ਕਹਿਣ ਲੱਗੇ ਅਕਿਰਤ ਕਣਾਂ ਦਾ। ਉਹ ਅਕਿਰਤ ਕਣ ਲੋਕ ਜਿਹੜੇ ਪਰਮੇਸ਼ਵਰ ਦਾ ਦਿੱਤਾ ਖਾਂਦੇ ਨੇ ਪਰ ਸ਼ੁਕਰਾਨਾ ਨਹੀਂ ਕਰਦੇ। ਜਿਹਦਾ ਦਿੱਤਾ ਹੋਇਆ ਜੀਵਨ ਜਿਉਂਦੇ ਨੇ, ਉਹਦੇ ਨਾਮ ਦਾ ਸਿਮਰਨ, ਉਹਨੂੰ ਚੇਤੇ ਤੱਕ ਨਹੀਂ ਕਰਦੇ। ਸਾਹਿਬ ਜੀ ਨੇ ਆਖਿਆ ਸੀ, ਸੋ ਕਿਉਂ ਵਿਸਰਿਆ ਜਿਹਨੇ ਸਭ ਕੁਛ ਦਿਆ। ਜਿਹਨੇ ਸਾਰੀਆਂ ਦਾਤਾਂ ਬਖਸ਼ਿਸ਼ਾਂ ਦਿੱਤੀਆਂ ਉਹਨੂੰ ਵਿਸਾਰ ਕੇ ਬੈਠੇ ਆ। ਇਹ ਧਰਤੀ ਕਹਿੰਦੀ ਸਭ ਤੋਂ ਵੱਡਾ ਭਾਰ ਮੈਨੂੰ ਅਕਿਰਤ ਕਣ ਦਾ ਹੈ। ਇਹ ਅਕਿਰਤ ਕਣ ਲੋਕ ਨੇ ਜਿਹੜੇ ਉਸ ਮਾਲਕ ਦਾ ਦਿੱਤਾ ਖਾ ਕੇ ਸ਼ੁਕਰਾਨਾ ਨਹੀਂ ਕਰਦੇ। ਇੱਥੇ ਹੁਣ ਗੁਰੂ ਸਾਹਿਬ ਜੀ ਚੱਲੇ ਨੇ ਇਸ ਧਰਤੀ ਤੇ ਅਕਿਰਤ ਕਣ ਵਿਕਾਰੀਆਂ ਦਾ, ਜਿਹੜੇ ਸਾਕਤ ਨੇ, ਮਨਮੁਖ ਨੇ, ਉਹਨਾਂ ਦਾ ਭਾਰ ਹੌਲਾ ਕਰਨ ਵਾਸਤੇ ਤੁਰੇ ਹਨ। ਜਿਹ ਨਾਮ ਮੁਨਾਫਿਕ ਦੇਸ਼ ਹੈ। ਜਿੱਥੇ ਗੁਰੂ ਮਹਾਰਾਜ ਜੀ ਪਹੁੰਚੇ ਨੇ, ਇਸ ਇਲਾਕੇ ਦਾ ਨਾਮ ਮੁਨਾਫਿਕ ਹੈ। ਇਹ ਦੇਸ਼ ਹੈ, ਇਸ ਦੇਸ਼ ਦਾ ਨਾਮ ਮੁਨਾਫਿਕ ਹੈ। ਹਰ ਨਾਮ ਬਹੀਨ ਅਧੀਨ ਰਹਿ। ਹੁਣ ਪਹਿਲਾਂ ਕਵੀ ਜੀ ਨੇ ਭਾਰ ਦਾ ਜ਼ਿਕਰ ਕਿਉਂ ਕੀਤਾ? ਕਿ ਇਸ ਧਰਤੀ ਉੱਤੇ ਅਕਿਰਤ ਕਣ ਦਾ ਭਾਰ ਬਹੁਤ ਜ਼ਿਆਦਾ ਹੈ, ਜਿਹੜੇ ਪਰਮੇਸ਼ਵਰ ਨੂੰ ਭੁਲਾ ਕੇ ਬੈਠੇ ਆ। ਜਿਸ ਮੁਨਾਫਿਕ ਦੇਸ਼ ਵਿੱਚ ਗੁਰੂ ਸਾਹਿਬ ਆਏ ਨੇ, ਇੱਥੇ ਜਿੰਨੇ ਵੀ ਲੋਕ ਨੇ, ਇੱਕ ਵੀ ਐਸਾ ਨਹੀਂ, ਜਿੰਨੇ ਵੀ ਲੋਕ ਨੇ, ਕਿਸੇ ਨੂੰ ਰੱਬ ਬਾਰੇ ਪਤਾ ਹੀ ਨਹੀਂ, ਕਿਸੇ ਨੂੰ ਪਰਮਾਤਮਾ ਬਾਰੇ ਪਤਾ ਹੀ ਨਹੀਂ ਹੈ। ਛੋਟੇ ਜਿਹੇ ਬੱਚੇ ਤੋਂ ਬਜ਼ੁਰਗ ਤੱਕ ਇੱਕ ਵੀ ਇਸ ਦੇਸ਼ ਵਿੱਚ ਐਸਾ ਪ੍ਰਾਣੀ ਨਹੀਂ ਜਿਹੜਾ ਰੱਬ ਨੂੰ ਜਾਣਦਾ ਹੋਵੇ।
ਜਿਹੜਾ ਪਰਮਾਤਮਾ ਦੇ ਬਾਰੇ ਕਦੇ ਸੁਣਿਆ ਹੋਵੇ, ਇੱਕ ਵੀ ਨਹੀਂ। ਐਸੇ ਦੇਸ਼ ਵਿੱਚ ਗੁਰੂ ਨਾਨਕ ਸਾਹਿਬ ਆਏ ਆ ਜਿਹੜੇ ਪਰਮਾਤਮਾ ਬਾਰੇ ਕੁਝ ਵੀ ਨਹੀਂ ਜਾਣਦੇ ਹਨ। ਸਤ ਸੰਗਤ ਰੀਤ ਨਾ ਕਾਣ ਸੁਣੀ। ਹੁਣ ਜੇ ਪਰਮਾਤਮਾ ਨੂੰ ਨਹੀਂ ਜਾਣਦੇ ਤੇ ਸਤ ਸੰਗਤ ਕਿੱਥੋਂ ਹੋਣੀ ਹੈ? ਫਿਰ ਉੱਥੇ ਨਾਮ ਦਾ ਅਭਿਆਸ ਕਿੱਥੋਂ ਹੋਣਾ ਹੈ? ਇਸ ਲਈ ਇਸ ਦੇਸ਼ ਵਿੱਚ ਨਾ ਸਤ ਸੰਗਤ ਹੁੰਦੀ ਹੈ, ਨਾ ਪਰਮੇਸ਼ਵਰ ਦਾ ਨਾਮ ਸਿਮਰਿਆ ਜਾਂਦਾ ਹੈ, ਤੇ ਨਾ ਹੀ ਕੋਈ ਰੱਬ ਨੂੰ ਜਾਣਦਾ ਹੈ। ਸਭ ਮੂਰਖ ਮਾਨਵ ਕੋ ਨਾ ਗੁਣੀ। ਹੁਣ ਜੇ ਪਰਮੇਸ਼ਵਰ ਨੂੰ ਨਹੀਂ ਜਾਣਨਾ, ਸਤ ਸੰਗਤ ਨਹੀਂ ਕਰਨੀ, ਨਾਮ ਦਾ ਅਭਿਆਸ ਨਹੀਂ ਕਰਨਾ, ਫਿਰ ਕੀ ਆਖਾਂਗੇ? ਮੂਰਖ ਹੈ ਇਹ। ਕਹਿੰਦੇ ਮੂਰਖਾਂ ਦਾ ਇਹ ਦੇਸ਼ ਹੈ। ਮਾਨਵ, ਸਾਰੇ ਹੀ ਮਾਨਵ ਮਨੁੱਖ ਮੂਰਖ ਨੇ। ਇਹਨਾਂ ਕੋਲ ਇੱਕ ਵੀ ਗੁਣ ਪਰਮੇਸ਼ਵਰ ਨਾਲ ਜੁੜਨ ਦਾ ਨਹੀਂ ਹੈ। ਕਰਤਾਰ ਨਾ ਜਾਣੇ ਕੌਣ ਕਹਾਂ। ਕਹਿੰਦੇ ਨੇ ਕਰਤਾਰ ਜਾਣਦਾ ਹੀ ਨਹੀਂ। ਕੌਣ ਹੈ ਕਰਤਾਰ? ਰੱਬ ਕੌਣ ਹੈ? ਕਿੱਥੇ ਉਹ ਰਹਿੰਦਾ ਹੈ? ਕਰ ਕਾਜ ਰਚੇ ਤਮ ਮੋਹ ਮਹਾ। ਘਰ ਜਿਹੜੇ ਇਹਨਾਂ ਦੇ ਕੰਮ ਕਾਜ ਨੇ, ਤਕਰੀਬਨ ਇੱਥੇ ਖੇਤੀਬਾੜੀ ਦਾ ਕੰਮ ਹੈ, ਇਹ ਆਪਣੇ ਖੇਤੀਬਾੜੀ ਦੇ ਕੰਮ ਵਿੱਚ ਹੀ ਰੁੱਝੇ ਰਹਿੰਦੇ ਆ। ਇਹ ਮੋਹ ਜਾਲ ਦੇ ਵਿੱਚ ਫਸੇ ਹੋਏ ਲੋਕ ਹਨ। ਭਗਤੀ ਬਿਨ ਭੂਲ ਪਵਾਰ ਭਰੇ। ਕਹਿੰਦੇ ਭਗਤੀ ਇਹਨਾਂ ਦੇ ਜੀਵਨ ਵਿੱਚ ਹੈ ਨਹੀਂ, ਨਾਮ ਸਿਮਰਨ ਹੈ ਨਹੀਂ ਇਹਨਾਂ ਦੇ। ਤੇ ਤੁਸੀਂ ਜਿਵੇਂ ਇੱਕ ਚੱਕਰ ਵੀ ਉਹ ਵੇਖਦੇ ਹੋ, ਜਾਂ ਇੱਕ ਹਵਾ ਦਾ ਘੁੰਮਣ ਘੇਰੀ ਵੇਖਦੇ ਆ ਨਾ, ਹਵਾ ਦੀ, ਉਹ ਘੁੰਮਣ ਘੇਰੀ ਵਿੱਚ ਜਿਹੜਾ ਫਸ ਜਾਂਦਾ ਬਸ ਉਹ ਵੀ ਘੁੰਮਦਾ ਹੀ ਰਹਿ ਜਾਂਦਾ ਹੈ। ਜਾਂ ਚੱਕਰ ਵੀ ਉਹ ਐਸਾ, ਜਾਂ ਭੁੱਲ ਭੁਲਈਆ ਕਈਆਂ ਨੇ ਵੇਖਿਆ ਕਿ ਇੱਕ ਵਾਰ ਅੰਦਰ ਚਲੇ ਜਾਓ, ਮੁੜ ਕੇ ਬਾਹਰ ਆਉਣ ਦਾ ਰਸਤਾ ਹੀ ਨਹੀਂ ਮਿਲਦਾ। ਉਹਦਾ ਨਾਮ ਹੀ ਭੁੱਲ ਭੁਲਈਆ ਹੈ। ਬਸ ਐਸੇ ਭੁੱਲ ਭੁਲਈਏ ਦੇ ਜਾਲ ਵਿੱਚ ਫਸੇ ਨੇ, ਇਹਨਾਂ ਨੂੰ ਕਦੇ ਪਰਮੇਸ਼ਵਰ ਚੇਤੇ ਹੀ ਨਹੀਂ ਆਇਆ। ਐਸਾ ਉਹ ਘੁੰਮਣ ਘੇਰੀ ਵਿੱਚ ਫਸੇ ਨੇ, ਬਸ ਆਪਣੇ ਮੋਹ ਮਾਇਆ ਦੇ ਜਾਲ ਚੋਂ ਨਿਕਲ ਹੀ ਨਹੀਂ ਸਕੇ। ਨਰ ਮੂਰਖ ਚੀਨਣਾ ਨਾਮ ਹਰੇ। ਕਹਿੰਦੇ ਨੇ ਮੂਰਖ ਲੋਕ ਪਰਮੇਸ਼ਵਰ ਦੇ ਨਾਮ ਨੂੰ ਪਛਾਣਦੇ ਜਾਣਦੇ ਹੀ ਨਹੀਂ ਹਨ। ਕਰੁਣਾ ਕਰ ਹੇਰ ਭਈ ਕਰੁਣਾ। ਕਰੁਣਾ ਕਰ, ਕਿਰਪਾ ਦੇ ਮਾਲਕ ਜੀ ਨੂੰ ਇਸ ਨਗਰ ਦੇ ਲੋਕਾਂ ਉੱਤੇ ਤਰਸ ਆ ਗਿਆ, ਦਇਆ ਆ ਗਈ ਗੁਰੂ ਸਾਹਿਬ ਜੀ ਨੂੰ ਵੀ ਇਹ ਲੋਕ ਜਿਹੜੇ ਨੇ ਆਪਣੀ ਜ਼ਿੰਦਗੀ ਦਾ ਸਮਾਂ ਅਜਾਈਂ ਗਵਾ ਨੇ। ਇਹ ਗੁਲਾਮੀ ਵਿੱਚ ਜੀ ਰਹੇ ਨੇ। ਇਹ ਆਜ਼ਾਦ ਕਦੋਂ ਹੋਣਗੇ? ਬਾਹਰੋਂ ਵੀ ਬੰਧਨਾਂ 'ਚ ਫਸੇ ਨੇ, ਅੰਦਰੋਂ ਵੀ ਬੰਧਨਾਂ ਵਿੱਚ ਫਸੇ ਨੇ। ਆਜ਼ਾਦ ਕਦੋਂ ਹੋਣਗੇ? ਤੇ ਗੁਰੂ ਸਾਹਿਬ ਦੇਖੋ ਸਮੇਂ-ਸਮੇਂ ਨਾਲ ਆਪਣਾ ਫਰਜ਼ ਨਿਭਾਉਂਦੇ ਆ। ਗੁਰੂ ਸਾਹਿਬ ਆਪਣਾ ਫਰਜ਼ ਨਹੀਂ ਭੁੱਲਦੇ, ਅਸੀਂ ਭੁੱਲ ਜਾਂਦੇ ਆ। ਅਸੀਂ ਸਮੇਂ-ਸਮੇਂ ਦੇ ਨਾਲ ਆਪਣਾ ਫਰਜ਼ ਭਾਵੇਂ ਭੁੱਲ ਜਾਈਏ, ਪਰ ਗੁਰੂ ਸਾਹਿਬ ਨੇ ਕਦਮ-ਕਦਮ ਤੇ ਆਪਣਾ ਫਰਜ਼ ਨਿਭਾਇਆ। ਹੁਣ ਇਸ ਪਿੰਡ ਵਿੱਚ ਇੱਕ ਵੀ ਨਹੀਂ ਜਾਣਦਾ ਪਰਮਾਤਮਾ ਨੂੰ, ਪਰ ਫਿਰ ਵੀ ਮਹਾਰਾਜ ਜੀ ਗਏ ਨੇ। ਕਿਉਂ ਗਏ ਨੇ? ਕਿਉਂਕਿ ਇਹਨਾਂ ਲੋਕਾਂ ਉੱਤੇ ਤਰਸ ਆ ਗਿਆ ਵੀ ਇਹਨਾਂ ਦਾ ਭਲਾ ਕਿਵੇਂ ਹੋਏਗਾ, ਇਹਨਾਂ ਦਾ ਉਧਾਰ ਕਿਵੇਂ ਹੋਏਗਾ, ਇਹਨਾਂ ਦੀ ਜ਼ਿੰਦਗੀ ਦਾ ਬੇੜਾ ਕਿਵੇਂ, ਇਹਨਾਂ ਦੇ ਜਨਮ ਕਿਵੇਂ ਲੇਖੇ ਵਿੱਚ ਲੱਗਣਗੇ। ਸਤਿਗੁਰੂ ਮਹਾਰਾਜ ਜੀ ਇਸ ਇਲਾਕੇ ਵਿੱਚ ਪਹੁੰਚਦੇ ਹਨ। ਇਸ ਦੇਸ਼ ਨਾ ਕੀਰਤ ਆਚਰਣਾ। ਕਹਿੰਦੇ ਨੇ ਕਿਸੇ ਦਾ ਵੀ ਆਚਰਣ ਐਸਾ, ਜੀਵਨ ਐਸਾ ਨਹੀਂ ਕਿ ਕੋਈ ਉਹਦੀ ਕੀਰਤੀ, ਉਹਦੀ ਸਿਫਤ ਕਰਦਾ ਹੋਵੇ। ਪਰ ਲੋਕੇ ਕੀ ਸ਼ੁੱਧ ਏਕ ਨਹੀਂ। ਇਹਨਾਂ ਨੂੰ ਲੋਕ ਦਾ ਪਤਾ ਹੈ, ਪਰ ਪਰਲੋਕ ਦਾ ਨਹੀਂ ਪਤਾ। ਇਹਨਾਂ ਨੂੰ ਇਹ ਪਤਾ ਹੈ ਕਿ ਅਸੀਂ ਜਿਹੜਾ ਜੀਵਨ ਜੀ ਰਹੇ ਹਾਂ, ਬਸ ਖੇਤੀਬਾੜੀ ਕੀਤੀ, ਪਾਵਕ ਫਸਲ ਜਿਹੜੀ ਆ ਉਹ ਪੈਦਾ ਕੀਤੀ, ਉਹ ਫਸਲ ਜਿਹੜੀ ਸੀ ਉਹ ਪੇਟ ਭਰਨ ਵਾਸਤੇ ਅੰਨ ਤਿਆਰ ਕਰ ਲਿਆ, ਬਸ ਗੁਜ਼ਾਰਾ ਜਿਹੜਾ ਉਹ ਹੋ ਰਿਹਾ। ਇਹਨਾਂ ਨੂੰ ਲੋਕ ਦਾ ਗਿਆਨ, ਪਰ ਪਰਲੋਕ ਦੀ ਇਹਨਾਂ ਨੂੰ ਸੁੱਧ ਨਹੀਂ ਹੈ। ਸਭ ਨਰਕ ਜਾਵੇ ਦੁਖ ਸਹੀ। ਤੇ ਜੇ ਅਸੀਂ ਪਰਮੇਸ਼ਵਰ ਦਾ ਨਾਮ ਨਹੀਂ ਸਿਮਰਾਂਗੇ, ਬਾਣੀ ਵਿੱਚ ਭਗਤ ਸਾਹਿਬਾਨ ਨੇ ਸਮਝਾਇਆ ਕਿ ਜੇ ਸਾਨੂੰ ਉਹਦਾ ਨਾਮ ਵਿਸਰ ਕੇ ਸਭ ਕੁਝ ਚੇਤੇ ਰਹਿ ਗਿਆ, ਤਾਂ ਫਿਰ ਸਾਡੀ ਜ਼ਿੰਦਗੀ 'ਚ ਇੱਥੇ ਹੀ ਦੁੱਖ ਨਹੀਂ ਮੁੱਕਣੇ, ਅੱਗੇ ਤਾਂ ਪਤਾ ਨਹੀਂ ਕੀ ਬਣਨਾ ਜਾ ਕੇ। ਇੱਥੇ ਹੀ ਦੁੱਖਾਂ ਤੋਂ ਛੁਟਕਾਰਾ ਨਹੀਂ ਹੋਣਾ ਸਾਡਾ। ਇਸ ਲਈ ਇੱਥੇ ਦੁੱਖ ਕਨੇਰਿਆਂ ਅੱਗੇ ਠਾਉਰ ਨਾ ਠਾਓ। ਮਹਾਰਾਜ ਕਹਿੰਦੇ ਇੱਥੇ ਹੀ ਨਹੀਂ ਇਹਨਾਂ ਦੇ ਦੁੱਖ ਮੁੱਕਣੇ, ਇਸੇ ਆਵਾਗਮਨ ਵਿੱਚ ਜੰਮਣ ਮਰਨ ਵਿੱਚ ਪਏ ਰਹਿਣਗੇ। ਇੱਕ ਕਿਦਾਰ ਉਧਾਰ ਤਹਾਂ। ਕਹਿੰਦੇ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆ ਕੇ ਇਸ ਥਾਂ ਤੇ ਬਿਰਾਜਮਾਨ ਹੋਏ ਨੇ। ਇੱਥੇ ਇੱਕ ਕਿਸਾਨ ਜਿਹੜਾ ਉਹ ਕਹਿੰਦੇ ਨੇ ਆਇਆ ਹੈ। ਗੁਰ ਬੈਠ ਗਏ ਤਟ ਤਾਹੇ ਜਹਾਂ। ਸਤਿਗੁਰੂ ਮਹਾਰਾਜ ਜੀ ਇੱਕ ਥਾਂ ਆ ਕੇ, ਸੁੰਦਰ ਥਾਂ ਵੇਖੀ, ਉੱਥੇ ਆ ਕੇ ਬੈਠੇ ਨੇ। ਔਰ ਇੱਥੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਹੌਲ ਜਿਹੜਾ ਉਹ ਜਾਣਦੇ ਵੀ ਨੇ ਔਰ ਜਾਣ ਵੀ ਰਹੇ ਹਨ। ਇਕੱਠਾ ਕਰ ਈਤਨ ਤੂਮ ਕੀਓ। ਸਤਿਗੁਰੂ ਮਹਾਰਾਜ ਨੇ ਕੀ ਕੀਤਾ? ਹੁਣ ਆਉਣ ਜਾਣ ਵਾਲੇ ਲੋਕ ਜਿਹੜੇ ਆ ਉਹ ਵੇਖਦੇ ਤਾਂ ਨੇ ਵੀ ਇਹ ਤਿੰਨ ਜਣੇ ਆਏ ਆ, ਕੌਣ ਹੈ, ਪਰ ਪੁੱਛਿਆ ਕਿਸੇ ਨੇ ਵੀ ਨਹੀਂ, ਲੰਘ ਜਾਂਦੇ ਆ। ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇੰਧਨ, ਜਿਹੜਾ ਇੰਧਨ ਦਾ ਅਰਥ ਹੈ ਬਾਲਣ, ਸੁੱਕਾ ਬਾਲਣ ਜਿਹੜਾ ਉੱਥੇ ਇਕੱਠਾ ਕਰਵਾਇਆ ਹੈ। ਦਰਵੇਸ਼ ਸੋ ਦੇਸ ਸਰੀਰ ਲਿਓ। ਔਰ ਦਰਵੇਸ਼ਾਂ ਵਾਲਾ ਰੂਪ ਹੈ ਗੁਰੂ ਸਾਹਿਬ ਦਾ, ਕਿਉਂਕਿ ਮਹਾਰਾਜ ਨੇ ਚੋਲਾ ਪਹਿਨਿਆ ਹੋਇਆ। ਉਹ ਚੋਲਾ ਗੁਰੂ ਸਾਹਿਬ ਮਹਾਰਾਜ ਜੀ ਪਹਿਨ ਕੇ ਚੱਲ ਰਹੇ ਨੇ ਸੰਸਾਰ ਵਿੱਚ ਨਿਰੰਕਾਰ ਦੇ ਨਾਲ। ਇਹ ਕੋਈ ਦਿਖਾਵੇ ਵਾਸਤੇ ਚੋਲਾ ਨਹੀਂ ਪਹਿਨਿਆ, ਲੋਕਾਂ ਨੂੰ ਭਰਮ ਦੇ ਵਿੱਚ ਪਾਉਣ ਵਾਸਤੇ ਨਹੀਂ, ਭਰਮ ਵਿੱਚੋਂ ਕੱਢਣ ਵਾਸਤੇ ਗੁਰੂ ਸਾਹਿਬ ਨੇ ਇਹ ਚੋਲਾ ਪਹਿਨਿਆ। ਦਰਵੇਸ਼ਾਂ ਵਾਲਾ ਚੋਲਾ ਗੁਰੂ ਸਾਹਿਬ ਨੇ ਪਹਿਨਿਆ ਔਰ ਇੱਥੇ ਆ ਕੇ ਬੈਠੇ ਹਨ। ਇਸ ਦੇਸ਼ ਕੋ ਰੀਤ ਹੁਤੀ ਸੋਚ ਸੁਣੋ। ਹੁਣ ਕਵੀ ਸੰਤੋਖ ਸਿੰਘ ਜੀ ਕਹਿੰਦੇ ਮੁਨਾਫਿਕ ਦੇਸ਼ ਹੈ। ਇੱਥੇ ਇੱਕ ਰਾਜਾ ਹੈ, ਸਾਰੀ ਪ੍ਰਜਾ ਜਿਹੜੀ ਹੈ ਉਹ ਕਿਸੇ ਨੂੰ ਵੀ ਪਰਮਾਤਮਾ ਦੇ ਬਾਰੇ ਪਤਾ ਹੀ ਨਹੀਂ, ਨਾ ਸੰਗਤ ਹੋਵੇ, ਨਾ ਨਾਮ ਸਿਮਰਨ ਹੋਵੇ। ਉਸ ਇੱਕ ਥਾਂ ਤੇ ਗੁਰੂ ਸਾਹਿਬ ਜੀ ਆ ਕੇ ਬੈਠੇ ਨੇ। ਹੁਣ ਕਵੀ ਜੀ ਕਹਿੰਦੇ ਪਹਿਲਾਂ ਥੋੜੀ ਜਿਹੀ ਗੱਲ ਨਾ ਇਸ ਲੋਕਾਂ ਬਾਰੇ ਸੁਣ ਲਓ ਵੀ ਇਹਨਾਂ ਲੋਕਾਂ ਦੀ ਅਵਸਥਾ ਕੀ ਹੈ, ਇਹ ਕਿਸ ਤਰ੍ਹਾਂ ਗੁਲਾਮ ਹੋਏ ਪਏ ਨੇ। ਮਨੁੱਖ ਦਾ ਗੁਲਾਮ ਹੋਇਆ ਪਿਆ। ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਸਮਝਣ, ਪੜ੍ਹਨ, ਸੁਣਨ ਵਾਲਾ ਹੈ ਨਾ, ਉਹਨੂੰ ਪਤਾ ਹੈ ਕਿ ਮੈਂ ਮਨੁੱਖ ਦੀ ਟੇਕ ਨਹੀਂ, ਮੈਂ ਪਰਮੇਸ਼ਵਰ ਦੀ ਟੇਕ ਲੈ ਕੇ ਚੱਲਣੀ। ਮਨੁੱਖ ਕੀ ਟੇਕ ਬਿਰਥੀ ਸਭ ਜਾਨ ਦੇਵਨ ਕਾਓ, ਇੱਕ ਹੈ ਭਗਵਾਨ। ਉਹ ਪਰਮੇਸ਼ਵਰ ਦੇ ਨਾਲ ਜੁੜਦਾ ਹੈ। ਇੱਥੇ ਦੇ ਲੋਕ ਕਿਸ ਤਰ੍ਹਾਂ ਦੇ ਹਾਲਤ ਵਿੱਚ ਜੀ ਰਹੇ ਨੇ, ਇਹਨਾਂ ਦੀ ਮਾਨਸਿਕ ਹਾਲਤ ਕੀ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਪਹਿਲਾਂ ਉਸ ਬਾਰੇ ਸੁਣਨਾ ਕਰੋ ਜੀ। ਚਿਤ ਪਾਲਕ ਪੂਜੇ ਰਾਮ ਮਨੋ। ਹੁਣ ਜੇ ਇੱਥੇ ਕੋਈ ਪਰਮਾਤਮਾ ਨੂੰ ਨਹੀਂ ਸਿਮਰਦਾ, ਫਿਰ ਸਿਮਰਦੇ ਕਿਹਨੂੰ ਹੈ? ਕਹਿੰਦੇ ਚਿਤ ਪਾਲਕ। ਚਿਤ ਕਹਿੰਦੇ ਧਰਤੀ, ਪਾਲਕ ਦਾ ਅਰਥ ਹੈ ਵੀ ਜਿਹੜਾ ਇਸ ਧਰਤੀ ਤੇ ਰਾਜਾ ਹੈ। ਕਹਿੰਦੇ ਉਹ ਜਿਹੜਾ ਧਰਤੀ ਦਾ ਰਾਜਾ ਨਾ, ਸਾਰੇ ਲੋਕ ਉਸ ਰਾਜੇ ਨੂੰ ਹੀ ਰੱਬ ਮੰਨ ਕੇ ਪੂਜਦੇ ਹਨ। ਵਰਖਾ ਜਬ ਚਾਹੇ ਖੇਤ ਹਿਤੰ। ਜਦੋਂ ਇਹਨਾਂ ਦੇ ਖੇਤ ਵਿੱਚ ਬਰਸਾਤ ਦਾ ਪਾਣੀ ਇਹਨਾਂ ਨੂੰ ਚਾਹੀਦਾ ਹੁੰਦਾ ਹੈ। ਸਭ ਜਾਚੇ ਜਾਏ ਜਹਾਂ ਨਿਰਪਤੰ। ਹੁਣ ਉਹ ਰਾਜੇ ਕੋਲ ਸਾਰੇ ਇਲਾਕੇ ਦੇ ਲੋਕ ਇਕੱਠੇ ਹੋ ਕੇ ਫਰਿਆਦ ਕਰਦੇ ਆ ਕਿ ਇਹ ਰਾਜਨ, ਤੂੰ ਆਪਣੇ ਵੱਲੋਂ ਮੰਤਰ ਪੜ੍ਹ ਤਾਂ ਕਿ ਬਰਸਾਤ ਹੋਵੇ ਤੇ ਸਾਡੀ ਫਸਲ ਨੂੰ ਇਹ ਬਰਸਾਤ ਦਾ ਪਾਣੀ ਮਿਲ ਜਾਵੇ। ਮੁਖ ਜਾਪ ਸੁਰੇਸ਼ ਨਰੇਸ਼ ਕਰੈ। ਹੁਣ ਉਹ ਰਾਜਾ ਫਿਰ ਕੀ ਕਰਦਾ ਹੈ? ਜਿਸ ਤਰ੍ਹਾਂ ਦਾ ਉਹਨੂੰ ਮੰਤਰ ਆਉਂਦਾ ਹੈ ਉਹ ਮੰਤਰ ਪੜ੍ਹਨ ਲੱਗ ਜਾਂਦਾ ਹੈ। ਜਦੋਂ ਸਾਰੇ ਲੋਕ ਇਕੱਠੇ ਹੋ ਕੇ ਰਾਜੇ ਨੂੰ ਕਹਿੰਦੇ ਆ ਵੀ ਤੂੰ ਹੀ ਸਾਡੇ ਲਈ ਸਭ ਕੁਝ ਹੈ, ਤੂੰ ਮੰਤਰ ਪੜ੍ਹ ਤਾਂ ਕਿ ਮੀਂਹ ਪੈ ਜਾਏ, ਬਰਸਾਤ ਹੋਵੇ ਤੇ ਸਾਡੀ ਫਸਲ ਨੂੰ ਪਾਣੀ ਲੱਗ ਜਾਏ। ਕਹਿੰਦੇ ਉਸੇ ਵੇਲੇ ਉਹਨੇ ਮੰਤਰ ਪੜ੍ਹਨੇ ਸ਼ੁਰੂ ਕੀਤੇ। ਜਬ ਮੰਤਰੰ ਪੜੈ ਬਰਖਾ ਸੋ ਪਰੈ। ਜਦੋਂ ਇਹ ਰਾਜਾ ਮੰਤਰ ਪੜ੍ਹਦਾ ਹੈ ਤੇ ਕੁਦਰਤੀ ਐਸਾ ਹੋ ਜਾਂਦਾ ਵੀ ਮੀਂਹ ਪੈ ਜਾਂਦਾ ਹੈ। ਜ਼ਰੂਰੀ ਨਹੀਂ ਕਿ ਇਹਦੇ ਮੰਤਰ ਪੜ੍ਹਨ ਨਾਲ ਹੀ, ਉਹ ਸੁਭਾਵਕ ਕੁਦਰਤੀ ਐਸਾ ਹੋ ਜਾਂਦਾ ਹੈ। ਕਈ ਜਿੰਨੇ ਵੀ ਅਡੰਬਰ ਰਚ ਕੇ ਬੈਠੇ ਆ ਨਾ ਸੰਸਾਰ ਦੇ ਵਿੱਚ, ਆਪਣੇ ਆਪਣੇ ਮੰਤਰਾਂ ਦਾ ਜਾਪ ਕਰਾ ਕੇ ਲੋਕਾਂ ਨੂੰ ਵਸ ਕਰਨ ਵਾਲੇ, ਚਲੋ 4 ਬੰਦੇ ਆਏ ਜੇ ਇੱਕ ਦਾ ਕੰਮ ਉੱਥੇ ਸਬਰ ਗਿਆ ਤੇ ਜ਼ਰੂਰੀ ਨਹੀਂ ਕਿ ਬਾਕੀ ਤਿੰਨਾਂ ਦਾ ਵੀ ਬਣ ਜਾਏ ਕੰਮ। ਬਾਕੀ ਤਿੰਨ ਵੀ ਜਿਹੜੇ ਆ ਉਹ ਪਰ ਕੀ ਹੁੰਦਾ ਹੈ, ਇੱਕ ਦਾ ਜਦੋਂ ਕੋਈ ਕੰਮ ਬਣ ਜਾਏ ਤੇ ਉਹ ਤਿੰਨਾਂ ਨੂੰ ਪ੍ਰਭਾਵਿਤ ਕਰ ਦਿੰਦਾ ਹੈ ਵੀ ਇਹੀ ਸਭ ਕੁਝ ਹੈ, ਪਰ ਉਹ ਇਹ ਭੁੱਲ ਜਾਂਦੇ ਵੀ ਇਹ ਤਾਂ ਕਰਤੇ ਨੇ, ਕੁਦਰਤ ਨੂੰ ਬਣਾਇਆ ਹੈ। ਹੁਣ ਹੋਇਆ ਕੀ? ਕਹਿੰਦੇ ਇਹ ਮੰਤਰ ਜਦੋਂ ਆਪਣੇ ਵੱਲੋਂ, ਇਹਨੂੰ ਆਪ ਨੂੰ ਨਹੀਂ ਪਤਾ ਮੈਂ ਮੰਤਰ ਕਿਹੜਾ ਪੜ੍ਹਦਾ,
ਪਰ ਪੜ੍ਹ ਦਿੰਦਾ ਇਹ ਮੰਤਰ, ਉਹ ਕੁਦਰਤੀ ਬਰਸਾਤ ਹੋ ਜਾਂਦੀ ਹੈ। ਕ੍ਰਿਸ਼ ਕਾਰਜ ਹੋਏ ਨਿਭਾਏ ਅਸੰਗ। ਕਹਿੰਦੇ ਨੇ ਫਿਰ ਉਹ ਜਦੋਂ ਬਰਸਾਤ ਹੁੰਦੀ ਹੈ ਇਹਨਾਂ ਦੀ ਫਸਲ ਨੂੰ ਪਾਣੀ ਲੱਗ ਜਾਂਦਾ ਖੇਤਾਂ ਨੂੰ, ਤੇ ਚੰਗਾ ਕਹਿੰਦੇ ਉਸ ਵੇਲੇ ਫਸਲ ਹੁੰਦੀ ਹੈ ਜਿਹਦੇ ਨਾਲ ਆਪਣਾ ਨਿਵਾਹ ਕਰਦੇ ਹਨ। ਬਿਨ ਭੂਪ ਲਖੈ ਨ ਔਰ ਕਿਸੰ। ਇਹ ਰਾਜੇ ਤੋਂ ਸਿਵਾ ਕਿਸੇ ਹੋਰ ਨੂੰ ਨਹੀਂ ਮੰਨਦੇ। ਜੇ ਕੋਈ ਆ ਕੇ ਇਹਨਾਂ ਨੂੰ ਕਵੇ ਨਾ ਵੀ ਰੱਬ, ਇਹ ਨਹੀਂ ਮੰਨਦੇ, ਕਿਉਂਕਿ ਇਹ ਇਹਨਾਂ ਵਾਸਤੇ ਸਭ ਕੁਝ ਇੱਥੋਂ ਦਾ ਰਾਜਾ ਹੀ ਹੈ। ਜਿਸ ਬਾਸੁਰ ਤੇ ਗੁਰ ਬੈਠ ਗਏ। ਹੁਣ ਜਿਸ ਬਾਸਰ ਦਾ ਅਰਥ ਹੈ ਜਿਸ ਦਿਨ ਤੋਂ, ਇਹਦਾ ਮਤਲਬ ਕੁਝ ਦਿਨ ਹੋ ਗਏ ਗੁਰੂ ਸਾਹਿਬ ਨੂੰ ਇੱਥੇ ਬੈਠਿਆਂ, ਜਿਸ ਦਿਨ ਤੋਂ ਗੁਰੂ ਸਾਹਿਬ ਜੀ ਇੱਥੇ ਆ ਕੇ ਬੈਠੇ ਹਨ। ਤਬ ਤੇ ਜਲ ਕ੍ਰਿਸ਼ਕ ਸੂਕ ਗਈ ਬਿਨ ਨੀਰ ਜਬੈ। ਕ੍ਰਿਸ਼ ਦਾ ਇੱਥੇ ਵੈਸੇ ਅਰਥ ਆਏਗਾ ਕ੍ਰਿਕ। ਕ੍ਰਿਕ ਦਾ ਅਰਥ ਹੈ ਖੇਤੀ, ਫਸਲ, ਕਿ ਜਿੰਨੀ ਫਸਲ ਸੀ ਉਹ ਸੁੱਕਣੀ ਸ਼ੁਰੂ, ਕਿਉਂਕਿ ਪਾਣੀ ਲੱਗਾ ਨਹੀਂ। ਜਦੋਂ ਬਰਸਾਤ ਨਹੀਂ ਹੋਈ, ਪਾਣੀ ਨਹੀਂ ਆਇਆ, ਪਾਣੀ ਤੋਂ ਬਿਨਾਂ ਇਹ ਜਿਹੜੀ ਖੇਤੀ ਸੀ ਇਹ ਸੁੱਕਣ ਲੱਗ ਪਈ। ਸਭ ਲੋਕ ਗਏ ਨਿਰਪ ਪਾਸਤ ਬੈ। ਸਾਰੇ ਲੋਕ ਇਕੱਠੇ ਹੋ ਕੇ ਕਹਿੰਦੇ ਰਾਜੇ ਦੇ ਕੋਲ, ਹੁਣ ਗੁਰੂ ਨਾਨਕ ਸਾਹਿਬ ਬੈਠੇ ਨੇ ਆਪਣੀ ਜਗ੍ਹਾ, ਇਹ ਲੋਕ ਸਾਰੇ ਹੀ ਇਕੱਠੇ ਹੋ ਕੇ ਰਾਜੇ ਦੇ ਕੋਲ ਆਏ ਹਨ। ਬਰਖਾ ਬਿਨ ਸੁਖਤ ਖੇਤ ਹਰੇ। ਉਹਨਾਂ ਨੇ ਪੁਕਾਰ ਕੀਤੀ, ਹੇ ਰਾਜਨ, ਪਾਣੀ ਤੋਂ ਬਿਨਾਂ ਸਾਡੀ ਖੇਤ ਜਿਹੜੇ ਆ ਇਹ ਖੇਤਾਂ ਵਿੱਚ ਫਸਲ ਸੁੱਕ ਰਹੀ ਹੈ, ਇਹ ਕੁਮਲਾ ਰਹੀ ਹੈ। ਕਹੋ ਵਾਕ ਧਰਾ ਪਰ ਮੇਹ ਪਰੇ। ਤੁਸੀਂ ਆਪਣੇ ਮੁਖ ਤੋਂ ਵਾਕ ਕਹੋ, ਆਪਣੇ ਮੁਖ ਤੋਂ ਮੰਤਰ ਪੜੋ, ਤਾਂ ਕਿ ਆਸਮਾਨ ਜਿਹੜਾ ਇਹ ਬੱਦਲ ਆਉਣ ਤੇ ਭਰ ਕੇ ਬਰਸਾਤ ਕਰ ਦੇਵਣ। ਸੁਣ ਭੂਪ ਉਚਾਰਨ ਮੰਤਰੰ ਕੀਓ। ਕਹਿੰਦੇ ਰਾਜੇ ਨੇ ਸੁਣ ਕੇ ਲੋਕਾਂ ਦੀ ਫਰਿਆਦ, ਉਸੇ ਵੇਲੇ ਆਪਣੇ ਮੂੰਹ ਵਿੱਚ ਮੰਤਰ ਜਿਹੜਾ ਸੀ ਉਹ ਪੜਨ ਲੱਗ ਪਿਆ। ਤਹਿ ਬੈਣ ਰਹਿਓ ਨ ਮੇਹ ਪਇਓ। ਬਾਰ-ਬਾਰ ਉਹ ਮੰਤਰ ਜਿਹੜਾ ਉਹਨੂੰ ਰਿਪੀਟ ਕਰ ਰਿਹਾ, ਪਰ ਕਹਿੰਦੇ ਬਰਸਾਤ ਜਿਹੜੀ ਇਸ ਵਾਰ ਨਹੀਂ ਹੋਈ ਹੈ। ਨਰ ਤੀਸਰ ਬਾਸੁਰ ਫੇਰ ਗਏ। ਕਹਿੰਦੇ ਪਹਿਲੇ ਦਿਨ ਅਰਦਾਸ ਮੰਤਰ ਜੋ ਵੀ ਸੀ ਉੱਥੇ ਕੀਤਾ, ਮੀਂਹ ਨਹੀਂ ਪਿਆ। ਦੂਜੇ ਦਿਨ ਦੇਖਿਆ ਮੀਂਹ ਨਹੀਂ ਪਿਆ। ਤੀਜੇ ਦਿਨ ਫਿਰ ਲੋਕ ਇਕੱਠੇ ਹੋ ਕੇ ਰਾਜੇ ਕੋਲ ਆਏ ਹਨ। ਸਭ ਲੋਕ ਚਹਿ ਨ ਮੇਹ ਪਏ। ਸਾਰੇ ਲੋਕ ਕਹਿ ਰਹੇ ਆ ਰਾਜਨ, ਅੱਗੇ ਤੂੰ ਬੋਲਦਾ ਸੀ ਤੇ ਮੀਂਹ ਪੈ ਜਾਂਦਾ ਸੀ, ਪਰ ਅੱਜ ਤੀਜਾ ਦਿਨ ਆ ਗਿਆ, ਬਰਸਾਤ ਨਹੀਂ ਹੋਈ ਹੈ। ਉਪਚਾਰ ਨਾ ਕੂਪ ਨਦੀ ਜਲ ਕੋ। ਕੋਈ ਹੋਰ ਉਪਚਾਰ ਵੀ ਨਹੀਂ ਹੈ, ਕੋਲ ਨੇੜੇ ਕੋਈ ਨਦੀ ਵੀ ਨਹੀਂ ਹੈ ਅਸੀਂ ਭਰ ਕੇ ਉੱਥੋਂ ਪਾਣੀ ਲੈ ਆਈਏ। ਕੋਈ ਹੋਰ ਤਰੀਕਾ ਵੀ ਨਹੀਂ ਹੈ, ਇੱਕੋ ਹੀ ਤਰੀਕਾ ਹੈ ਕਿ ਬਰਸਾਤ ਹੋਏਗੀ, ਖੇਤਾਂ ਨੂੰ ਪਾਣੀ ਲੱਗੇਗਾ ਤਾਂ ਇਹ ਫਸਲ ਬਚ ਸਕਦੀ ਹੈ, ਨਹੀਂ ਤੇ ਇਹ ਕੁਮਲਾ ਰਹੀ ਹੈ, ਸੁੱਕ ਰਹੀ ਹੈ ਇਹ ਖੇਤੀ ਸਾਡੀ। ਤੂੰ ਫਿਰ ਦੁਬਾਰਾ ਮੰਤਰ ਪੜ੍ਹ ਤਾਂ ਕਿ ਬਰਸਾਤ ਹੋ ਜਾਵੇ। ਨਿਤ ਆਸ ਆਕਾਸ਼ ਮਹੀਤਲ ਕੋ। ਕਹਿੰਦੇ ਨੇ ਇੱਕ ਤੇਰੇ ਤੇ ਆਸ ਔਰ ਦੂਸਰਾ ਆਸਮਾਨ ਵੱਲ ਅਸੀਂ ਵੇਖਦੇ ਹਾਂ ਕਿ ਬਰਸਾਤ ਹੋ ਜਾਵੇ। ਸੁਣ ਭੂਪ ਕਹੇ ਨਾ ਚਿੰਤ ਕਰੋ। ਉਸ ਰਾਜੇ ਨੇ ਹੁਣ ਉਹਨੂੰ ਵੀ ਨਹੀਂ ਪਤਾ ਰੱਬ ਕੀ ਹੁੰਦਾ, ਚਲੋ ਉਹ ਵੀ ਕਹਿ ਦੇਵੇ ਵੀ ਆਪਾਂ ਸਾਰੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ। ਧਿਆਨ ਰੱਖਿਓ, ਜਿਹੜਾ ਬੰਦਾ ਆਪਣੇ ਨਾਲ ਜੋੜਨਾ ਚਾਹੁੰਦਾ ਹੈ ਨਾ, ਉਹ ਕਦੇ ਤੁਹਾਨੂੰ ਪਰਮਾਤਮਾ ਦੀ ਗੱਲ ਨਾ ਕਰੇਗਾ, ਨਾ ਸੁਣਾਏਗਾ, ਤੇ ਨਾ ਤੁਹਾਨੂੰ ਕਹੇਗਾ ਤੂੰ ਪਰਮਾਤਮਾ ਅੱਗੇ ਅਰਦਾਸ ਕਰ। ਜਿਹੜਾ ਆਪਣੇ ਨਾਲ ਜੋੜਨਾ ਚਾਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਰਦਾਸ ਕਿਹਦੇ ਅੱਗੇ ਕਰਨੀ ਚਾਹੀਦੀ ਹੈ? ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਸੁਖ ਦਾਤਾ ਭੈ ਭੰਜਨੋ ਤਿਸ ਆਗੈ ਕਰ ਅਰਦਾਸ। ਸੁਖ ਦਾਤਾ ਜਿਹੜਾ ਸੁੱਖਾਂ ਦਾ ਦਾਤਾ ਹੈ, ਭੈ ਭੰਜਨੋ ਜਿਹੜਾ ਤੁਹਾਡੇ ਅੰਦਰ ਦੇ ਡਰ ਨੂੰ ਖਤਮ ਕਰ ਦੇਣ ਵਾਲਾ ਹੈ। ਜਿਹੜਾ ਤੁਹਾਡਾ ਮਨ ਅੰਦਰ ਡਰਦਾ ਹੈ ਵੀ ਇਸ ਕੰਮ ਹੋਏਗਾ ਨਹੀਂ ਹੋਏਗਾ, ਕਿੱਦਾਂ ਹੋਏਗਾ, ਕਿਵੇਂ ਹੋਏਗਾ, ਉਹ ਅੰਦਰ ਦੇ ਭੈ ਨੂੰ ਖਤਮ ਕਰ ਦੇਣ ਵਾਲਾ ਹੈ। ਜਿਹੜਾ ਸਾਡੇ ਮਨ ਨੂੰ ਸਕੂਨ ਦੇ ਧੀਰਜ ਦੇਣ ਵਾਲਾ, ਸੁਖ ਦਾਤਾ ਭੈ ਭੰਜਨੋ ਤਿਸ ਆਗੈ ਕਰ ਅਰਦਾਸ। ਮਿਹਰ ਕਰੇ ਜਿਸ ਮਿਹਰਬਾਨ ਤਾਂ ਕਾਰਜ ਆਵੈ ਰਾਸ। ਜਦੋਂ ਉਹ ਮਿਹਰ ਕਰੇਗਾ ਤਾਂ ਕਾਰਜ ਰਾਸ ਆਪੇ ਹੀ ਹੋ ਜਾਂਦੇ ਆ, ਫਿਰ ਉਹ ਆਪੇ ਹੀ ਕਾਰਜ ਰਾਸ ਕਰ ਦਿੰਦਾ ਹੈ। ਇਸੇ ਤਰ੍ਹਾਂ ਹੁਣ ਰਾਜੇ ਨੂੰ ਆਪ ਨਹੀਂ ਪਤਾ ਰੱਬ ਕੀ ਹੁੰਦਾ, ਉਹਨੂੰ ਆਪ ਨਹੀਂ ਪਤਾ ਪਰਮਾਤਮਾ ਕੀ ਹੁੰਦਾ। ਚਲੋ ਲੋਕਾਂ ਨੂੰ ਕਵੇ ਕਿ ਆਪਾਂ ਸਾਰੇ ਰੱਬ ਅੱਗੇ ਅਰਦਾਸ ਕਰਦੇ ਹਾਂ, ਪਰ ਉਹਨੂੰ ਨਹੀਂ ਪਤਾ। ਇਸ ਲਈ ਉਹ ਆਪ ਕਹਿੰਦਾ ਚਿੰਤਾ ਨਾ ਕਰੋ, ਮੈਂ ਮੰਤਰ ਪੜ੍ਹ ਰਿਹਾ, ਮੈਂ ਮੰਤਰ ਹੋਰ ਪੜ੍ਹਦਾ, ਮੀਂਹ ਪੈ ਜਾਵੇਗਾ। ਬਰਖਾ ਬਰਖੇ ਉਰ ਧੀਰ ਤਰੋ। ਧੀਰਜ ਧਾਰਨ, ਆਪਣੇ ਅੰਦਰ ਧੀਰਜ ਰੱਖੋ, ਮੈਂ ਮੰਤਰ ਪੜ੍ਹਦਾ, ਬਰਸਾਤ ਹੋ ਜਾਵੇਗੀ। ਅਬ ਮਾਨਵ ਜੋ ਨਿਜ ਐਨ ਗਏ। ਕਹਿੰਦੇ ਜਿੰਨੇ ਵੀ ਮਨੁੱਖ ਇਕੱਠੇ ਹੋ ਕੇ ਇਹਦੇ ਕੋਲ ਆਏ ਸਨ। ਪੁੰਨ ਦਿਓਸ਼ 6-7 ਬਤੀਤ ਪਏ। ਪੁੰਨ ਦਾ ਅਰਥ ਹੈ ਫਿਰ, ਕਿੰਨੇ ਦਿਨ ਬਤੀਤ ਹੋ ਗਏ? 6-7 ਬਤੀਤ ਪਏ, 6-7 ਦਿਨ ਲੰਘ ਗਏ। ਕਹਿੰਦੇ 7 ਦਿਨ ਜਿਹੜੇ ਆ ਉਹ ਲੰਘ ਗਏ ਨੇ, ਪਰ ਮੀਂਹ ਨਹੀਂ ਪਿਆ, ਬਰਖਾ ਨਹੀਂ ਹੋਈ, ਬਰਸਾਤ ਜਿਹੜੀ ਸੀ ਹੋਈ ਨਾ। ਬਹੁ ਬਾਰ ਅਰਾਧ ਰਹਿਓ ਮਗਵਾ। ਕਹਿੰਦੇ ਉਹ ਜਿਹੜਾ ਰਾਜਾ ਸੀ ਬਾਰ-ਬਾਰ ਉਹ ਆਪਣਾ ਮੰਤਰ ਪੜ੍ਹ ਰਿਹਾ ਸੀ, ਇਹ ਲੋਕ ਜਿਹੜੇ ਆ ਬਾਰ-ਬਾਰ ਉਹਦੇ ਅੱਗੇ ਪੁਕਾਰ ਕਰ ਰਹੇ ਸੀ, ਰਾਜਨ ਦੇਖ ਇੱਕ ਦਿਨ ਜਿਹੜਾ ਸਾਡੀ ਖੇਤੀ, ਸਾਡੇ ਫਸਲ ਵੱਲ ਵੇਖ, ਕਿਸ ਤਰ੍ਹਾਂ ਉਹ ਕਮਲਾਉਂਦੀ ਜਾ ਰਹੀ ਹੈ, ਕਿਵੇਂ ਉਹ ਫਸਲ ਸਾਡੀ ਸੁੱਕਦੀ ਜਾ ਰਹੀ ਹੈ। ਤੇ ਜੇ ਇਸੇ ਤਰ੍ਹਾਂ ਹੀ ਰਿਹਾ ਤੇ ਫਿਰ ਕਾਲ ਪੈ ਜਾਏਗਾ ਇੱਕ ਦਿਨ। ਜੇ ਖੇਤਾਂ ਵਿੱਚ ਫਸਲ ਹੀ ਨਹੀਂ ਹੋਏਗੀ ਤੇ ਸਾਡੇ ਘਰਾਂ 'ਚ ਦਾਣੇ ਕਿੱਥੋਂ, ਅਨਾਜ ਕਿੱਥੋਂ ਆਏਗਾ? ਕਹਿੰਦੇ ਨੇ ਲੋਕ ਵੀ ਬਾਰ-ਬਾਰ ਆ ਰਹੇ ਨੇ, ਰਾਜਾ ਵੀ ਬਾਰ-ਬਾਰ ਮੰਤਰ ਪੜ੍ਹ ਰਿਹਾ। 7 ਦਿਨ ਇਸੇ ਤਰ੍ਹਾਂ ਲੰਘ ਗਏ। ਕਹਿੰਦੇ ਨਿਰਪਤੇ ਨੇ ਬੂੰਦ ਪਰ ਇੱਕ ਬੂੰਦ ਵੀ ਆਸਮਾਨ ਤੋਂ ਨਹੀਂ ਡਿੱਗੀ ਹੈ। ਉਰ ਧੀਰ ਟਰਾ ਨਰ ਚਿੰਤ ਗਏ। ਹੁਣ ਉਹ ਜਿਹੜਾ ਧੀਰਜ ਸੀ ਉਹ ਵੀ ਜਾਂਦਾ ਲੱਗਾ। ਜਦੋਂ ਧੀਰਜ ਅੰਦਰੋਂ ਜਾਂਦਾ ਲੱਗਾ, ਚਿੰਤਾ ਵੱਧ ਗਈ ਵੀ ਹੁਣ ਕੀ ਹੋਵੇਗਾ। ਦੇਸ਼ ਸੂਕ ਚਲੇ ਨਾ ਉਪਾਵ ਕਹੇ। ਸਾਡੀ ਸਾਰੀ ਫਸਲ ਸੁੱਕ ਚੱਲੀ ਹੈ, ਹੋਰ ਕੋਈ ਉਪਾਅ ਨਜ਼ਰ ਨਹੀਂ ਆਉਂਦਾ ਕਿ ਅਸੀਂ ਕਿਹੜਾ ਉਪਾਅ ਕਰੀਏ। ਜੇ ਖੇਤ ਸਮੀਪ ਗੁਰੂ ਬਰਦਾ। ਕਹਿੰਦੇ ਉਹ ਜਿਹੜੇ ਖੇਤ ਸੀ ਨਾ ਇਹਨਾਂ ਦੇ, ਉਹਨਾਂ ਦੇ ਕੋਲ ਹੀ ਗੁਰੂ ਨਾਨਕ ਸਾਹਿਬ ਜੀ ਜਿੱਥੇ ਇੰਨੇ ਦਿਨਾਂ ਤੋਂ ਬੈਠੇ ਹਨ। ਇਹ ਮਾਲਕ ਆਏ ਬਸੂਰ ਸਦਾ। ਉਹਨਾਂ ਸਾਰੇ ਖੇਤਾਂ ਦੇ ਜਿਹੜੇ ਮਾਲਕ ਭਾਵ ਕਿਸਾਨ ਜ਼ਿਮੀਂਦਾਰ, ਇਹ ਸਾਰਿਆਂ ਦੇ ਚਿਹਰੇ ਉਤਰੇ ਹੋਏ ਉਦਾਸ, ਅੰਦਰ ਚਿੰਤਾ ਵਧੀ ਹੋਈ ਵੀ ਜੇ ਹੋਰ 2 ਦਿਨ ਬਰਸਾਤ ਨਾ ਹੋਈ ਤੇ ਕੀ ਬਣੇਗਾ ਸਾਡਾ। ਸਾਰਿਆਂ ਦੇ ਚਿਹਰੇ ਉਤਰੇ ਹੋਏ ਉਦਾਸ, ਕਹਿੰਦੇ ਇੱਥੇ ਆਏ ਹਨ। ਕਟ ਕੀ ਲਖ ਕੈ ਗੁਰ ਬੈਣ ਪਨੰ। ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਕੋਲ ਸਾਰੇ ਇਕੱਠੇ ਹੋ ਕੇ ਆ ਗਏ। ਕੁਝ ਮੁਖ ਤੋਂ ਬੋਲੇ ਨਹੀਂ, ਇਸ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਬੋਲੇ। ਇਹਨਾਂ ਸਾਰਿਆਂ ਦੇ ਹਿਰਦੇ ਦੀ ਅਵਸਥਾ ਨੂੰ ਵੇਖ ਕੇ ਚਿੰਤ ਮੈਂ ਬੋ ਚਿੰਤ ਪਿਓ ਬਿਮਨੰ। ਸਾਹਿਬ ਜੀ ਕਹਿੰਦੇ ਕੀ ਗੱਲ, ਸਾਰੇ ਹੀ ਬੜੇ ਚਿੰਤਾ ਵਿੱਚ ਡੁੱਬੇ ਹੋਏ ਲੱਗਦੇ ਹੋ, ਬਹੁਤ ਜ਼ਿਆਦਾ ਚਿੰਤਾ ਜਿਵੇਂ ਤੁਹਾਨੂੰ ਅੰਦਰੋਂ ਖਾ ਰਹੀ ਹੈ, ਚਿੰਤਾ ਸਤਾ ਰਹੀ ਹੈ। ਕਹੋ ਕਾਰਨ ਕੌਣ ਤੁਮੈ ਦੁਖ ਕੋ। ਕੀ ਕਾਰਨ ਹੈ ਤੁਹਾਡੀ ਇੰਨੀ? ਕਿਉਂਕਿ ਜਿੰਨੀ ਚਿੰਤਾ ਵਧੇਗੀ ਉਨਾ ਦੁੱਖ ਵਧੇਗਾ, ਜਿੰਨੀਆਂ ਪਰੇਸ਼ਾਨੀਆਂ ਵਧਣਗੀਆਂ ਉਨੀ ਚਿੰਤਾ ਤੋਂ ਭਾਵ ਦੁੱਖ ਵਧੇਗਾ। ਸਾਹਿਬ ਕਹਿੰਦੇ ਇੰਨੇ ਚਿੰਤਤ ਹੋਏ ਹੋ, ਇੰਨੇ ਦੁਖੀ ਹੋਏ ਪਏ ਹੋ, ਤੁਹਾਡੇ ਇਸ ਦੁੱਖ ਦਾ ਕਾਰਨ ਕੀ ਹੈ? ਦਿਲ ਗੀਰ ਦਿਖੋ ਨਾ ਖੁਸ਼ੀ ਮੁਖ ਕੋ। ਜਿਹੜੇ ਜ਼ਿਮੀਂਦਾਰ ਕਿਸਾਨ ਹੁੰਦੇ ਨੇ ਤੇ ਬੜੇ ਵੱਡੇ ਦਿਲ ਵਾਲੇ, ਜਿਗਰੇ ਵਾਲੇ ਹੁੰਦੇ ਨੇ। ਦੇਖੋ ਕਿਸਾਨ ਜ਼ਿਮੀਂਦਾਰ ਕਿੰਨੀ ਮਿਹਨਤ ਕਰਕੇ ਫਸਲ ਤਿਆਰ ਕਰਦਾ ਹੈ, ਔਰ ਉਸੇ ਫਸਲ ਦੀ ਜਿਹੜੀਆਂ ਵਾਢੀ ਕਰਕੇ ਫਿਰ ਆਪਣੇ ਘਰ ਵਿੱਚ ਥੋੜੇ ਜਿਹੇ ਦਾਣੇ ਰੱਖ ਕੇ ਬਾਕੀ ਸਾਰੇ ਹੀ ਵੰਡ ਦਿੰਦਾ। ਉਹ ਇੰਨਾ ਵੱਡਾ ਉਹਦਾ ਜਿਗਰਾ ਹੈ ਨਾ ਕਿ ਉਹਦਾ ਬੀਜਿਆ ਹੋਇਆ ਬੀਜ ਦਾਣਾ ਬਣ ਕੇ ਕਿੱਥੇ ਪਹੁੰਚ ਰਿਹਾ, ਕਿੰਨਿਆਂ ਦੇ ਪੇਟ ਭਰ ਰਿਹਾ, ਪਰ ਉਹ ਆਪਣੇ ਲਈ ਤਾਂ ਥੋੜੇ ਜਿਹੇ ਰੱਖਦਾ ਹੈ, ਬਾਕੀ ਸਾਰੇ ਉਹ ਵੰਡ ਦਿੰਦਾ ਹੈ। ਕਹਿੰਦੇ ਤੁਸੀਂ ਤਾਂ ਇੰਨੇ ਦਿਲ ਜਿਗਰੇ ਵਾਲੇ ਹੋ, ਪਰ ਤੁਹਾਡੇ ਚਿਹਰੇ ਕਿਉਂ ਉਤਰੇ ਨੇ? ਗੁਰੂ ਨਾਨਕ ਸਾਹਿਬ ਜੀ ਪੁੱਛਿਆ ਕਿ ਤੁਹਾਡੇ ਚਿਹਰੇ ਕਿਉਂ ਉਤਰੇ ਨੇ, ਇੰਨੇ ਉਦਾਸ ਕਿਉਂ ਲੱਗ ਰਹੇ ਹੋ? ਸੁਣ ਸੰਤ ਕਹੋ ਬਿਰਥਾ ਮਨ ਕੀ। ਕਹਿੰਦੇ ਹੇ ਗੁਰੂ ਕੇ ਪਿਆਰਿਓ, ਗੁਰੂ ਮਹਾਰਾਜ ਨੇ ਉੱਥੇ ਸ਼ਬਦ ਸੰਤ ਵਰਤਿਆ। ਮਹਾਰਾਜ ਜੀ ਕਹਿੰਦੇ ਦੱਸੋ
ਰੱਬ ਦੇ ਪਿਆਰੇ ਕਹਿ ਲਈਏ ਆਪਾਂ ਵੀ ਰੱਬ ਦੇ ਪਿਆਰੇ ਦੱਸੋ ਆਪਣੀ ਬਿਰਥਾ ਆਪਣੀ ਹਾਲਤ ਦੱਸੋ ਇਹ ਕਿਉਂ ਬਣੀ ਹੈ। ਸਭ ਆਸਤ ਜੀ ਜਗ ਜੀਵਨ ਕੀ। ਕਹਿੰਦੇ ਨੇ ਉਸ ਜਗਤ ਦੇ ਜੀਵਨ ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਕੀ ਉਹਦੇ ਤੋਂ ਭਰੋਸਾ ਉੱਠ ਗਿਆ। ਅਬ ਜਾਂ ਫਿਰ ਇਹਨਾਂ ਨੇ ਦੋ ਅਰਥ ਨਿਕਲਦੇ ਆ ਕਿਉਂਕਿ ਗੁਰੂ ਨਾਨਕ ਸਾਹਿਬ ਹਜੇ ਪੁੱਛ ਰਹੇ ਨੇ ਵੀ ਜਿਹੜਾ ਜਗਤ ਨੂੰ ਜੀਵਨ ਦੇਣ ਵਾਲਾ ਕੀ ਉਹਦੇ ਤੋਂ ਆਸ ਭਰੋਸਾ ਉੱਠ ਗਿਆ, ਤੇ ਜਾਂ ਇਹ ਕਹਿ ਰਿਹਾ ਵੀ ਅਸੀਂ ਆਪਣੇ ਜੀਵਨ ਦੀ ਆਸ ਜਿਹੜੀ ਆ ਉਹ ਛੱਡ ਬੈਠੇ ਹਾਂ। ਬਰਖਾ ਨਾ ਪਰੈ ਦੁਰਭੇਸ਼ ਪਰਾ। ਕਹਿੰਦੇ ਨੇ ਬਰਸਾਤ ਹੋ ਨਹੀਂ ਰਹੀ ਹੈ ਤੇ ਸਾਨੂੰ ਇਦਾਂ ਲੱਗਦਾ ਜਿਵੇਂ ਕਾਲ ਨਾ ਪੈ ਜਾਵੇ। ਤ੍ਰਿਖ ਸੂਕ ਚਲੀ ਬਿਨ ਨੀਰ ਤਰਾ। ਕਹਿੰਦੇ ਸਾਡੀ ਜਿਹੜੀ ਖੇਤੀ ਹੈ ਫਸਲ ਹੈ ਨੀਰ ਪਾਣੀ ਤੋਂ ਬਿਨਾਂ ਸੁੱਕ ਚੱਲੀ ਹੈ। ਜੋਤ ਭੂਪ ਪ੍ਰਜਾ ਸਭ ਚਿੰਤ ਕਰੈ। ਹੁਣ ਤਾਂ ਅਸੀਂ ਚਿੰਤਾ ਕਰਦੇ ਸੀ, ਹੁਣ ਤਾਂ ਰਾਜੇ ਨੂੰ ਵੀ ਚਿੰਤਾ ਹੋ ਗਈ ਵੀ ਮੈਂ ਮੰਤਰ ਪੜ੍ਹ ਰਿਹਾ ਇੰਨੇ ਦਿਨਾਂ ਤੋਂ ਬਰਸਾਤ ਨਹੀਂ ਹੋ ਰਹੀ, ਇੱਕ ਬੂੰਦ ਵੀ ਆ ਕੇ ਜ਼ਮੀਨ ਤੇ ਨਹੀਂ ਡਿੱਗੀ, ਕੀ ਬਣੇਗਾ ਇੱਥੇ ਤੇ ਕਾਲ ਪੈ ਜਾਏਗਾ ਜੇ ਇਸੇ ਤਰ੍ਹਾਂ ਹੀ ਰਿਹਾ। ਕਹਿੰਦੇ ਭੂ ਪਦਾਰਥ ਹੈ ਰਾਜਾ, ਉਸ ਰਾਜੇ ਦੇ ਸਮੇਤ ਅਸੀਂ ਸਾਰੇ ਹੀ ਚਿੰਤਾ ਦੇ ਵਿੱਚ ਹਾਂ। ਕਹਿ ਸ਼੍ਰੀ ਗੁਰ ਪੂਰਬ ਕੌਣ ਬਿਦੰ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਵੀ ਪਹਿਲਾਂ ਇਹ ਜਿਹੜੀਆਂ ਪਹਿਲਾਂ ਖੇਤੀ ਕਿਵੇਂ ਹੁੰਦੀ ਸੀ। ਹੁਣ ਪਤਾ ਗੁਰੂ ਸਾਹਿਬ ਜੀ ਨੂੰ ਸਭ ਕੁਝ, ਤਾਂ ਹੀ ਤੇ ਇਸ ਇਲਾਕੇ ਵਿੱਚ ਆਏ ਨੇ। ਸਾਹਿਬ ਜੀ ਨੇ ਪਹਿਲੇ ਇੱਕ ਬਿੱਧ ਬਣਾਈ ਆ ਇਹਨਾਂ ਨੂੰ ਸਮਝਾਉਣ ਵਾਸਤੇ। ਸਾਹਿਬ ਜੀ ਨੇ ਆਖਿਆ ਵੀ ਪਹਿਲਾਂ ਤੁਸੀਂ ਖੇਤੀ ਕਰਦੇ ਸੀ, ਪਹਿਲਾਂ ਵੀ ਫਸਲ ਤਿਆਰ ਹੁੰਦੀ ਸੀ, ਪਹਿਲਾਂ ਇਹ ਕਿਵੇਂ ਹੁੰਦਾ ਸੀ। ਜਹਤੇ ਬਰਖੇ ਜਲ ਧਾਰ ਅਦੰ। ਕਹਿੰਦੇ ਨੇ ਪਹਿਲਾਂ ਬਰਸਾਤ ਜਿਹੜੀ ਆ ਉਹ ਕਿਵੇਂ ਹੁੰਦੀ ਸੀ। ਸੁਣ ਸੰਤੋ ਆਦ ਪੁਪਾੜ ਕਹੇ। ਕਹਿੰਦੇ ਉਹਨਾਂ ਸਾਰਿਆਂ ਨੇ ਆਖਣਾ ਕੀਤਾ ਇਹ ਮਹਾਂਪੁਰਸ਼ੋ ਇਹ ਰੱਬ ਦੇ ਪਿਆਰਿਓ ਪਹਿਲਾਂ ਸਾਡੀ ਜਿਹੜੀਆਂ ਖੇਤੀ ਉਹ ਰਾਜੇ ਦੇ ਆਸਰੇ ਤੇ ਹੁੰਦੀ ਸੀ। ਬਰਖਾ ਸੋ ਪਰੈ ਜਬ ਚਾਹ ਹੈ। ਕਹਿੰਦੇ ਜਦੋਂ ਬਰਸਾਤ ਹੁੰਦੀ ਸੀ ਤਾਂ ਫਿਰ ਸਾਡੇ ਖੇਤਾਂ ਵਿੱਚ ਫਸਲ ਚੰਗੀ ਹੋ ਜਾਂਦੀ। ਅਸੀਂ ਜਾ ਕੇ ਜਦੋਂ ਅਸੀਂ ਆਪਣਾ ਬੀਜ ਬੀਜਣਾ ਤੇ ਫਿਰ ਜਾ ਕੇ ਰਾਜੇ ਅੱਗੇ ਬੇਨਤੀ ਕਰਨੀ, ਉਹਨੇ ਮੰਤਰ ਪੜ੍ਹਨਾ ਤੇ ਬਰਸਾਤ ਹੋ ਜਾਣੀ। ਧਿਆਨ ਰੱਖਣਾ ਇੱਕ ਹੁੰਦਾ ਕੁਦਰਤੀ ਹੋਈ ਸੀ ਸਭ ਕੁਝ, ਪਰ ਇਹਨਾਂ ਦੇ ਮਨਾਂ ਵਿੱਚ ਭੁਲੇਖਾ ਪਿਆ ਸੀ ਕਿ ਰਾਜੇ ਦੇ ਮੰਤਰ ਪੜ੍ਹਨ ਨਾਲ ਬਰਸਾਤ ਹੁੰਦੀ ਹੈ। ਬਹੁ ਬਾਰ ਕਹਿਓ ਅਬ ਨਾਹੇ ਪਰੈ। ਹੁਣ ਸਾਡੇ ਦੁੱਖ ਦਾ ਚਿੰਤਾ ਦਾ ਕਾਰਨ ਇਹ ਹੈ ਕਿ ਅਸੀਂ ਬਾਰ-ਬਾਰ ਆਪਣੇ ਰਾਜੇ ਨੂੰ ਕਹਿ ਰਹੇ ਹਾਂ ਵੀ ਰਾਜਾ ਨੂੰ ਕੁਝ ਕਰ, ਕੁਝ ਐਸਾ ਮੰਤਰ ਕੋਈ ਐਸਾ ਜਾਪ ਕਰ ਜਿਹਦੇ ਨਾਲ ਬਰਸਾਤ ਹੋ ਜਾਏ, ਪਰ ਬਹੁ ਬਾਰ ਕਹਿਓ ਬੜੀ ਵਾਰ ਅਸੀਂ ਕਹਿ ਚੁੱਕੇ ਹਾਂ ਅਬ ਨਹਿ ਪਰੈ, ਹੁਣ ਤੱਕ ਬਰਸਾਤ ਨਹੀਂ ਹੋਈ ਹੈ। ਵਿਪਰੀਤ ਪਈ ਨਾ ਬੈਣ ਫੁਰੈ। ਕਹਿੰਦੇ ਨੇ ਵਿਪਰੀਤ ਉਲਟ ਹੋ ਗਿਆ, ਸਾਡੇ ਰਾਜੇ ਦੇ ਬੋਲ ਜਿਹੜੇ ਆ ਇਹ ਸੱਚ ਨਹੀਂ ਹੋ ਪਾ ਰਹੇ। ਲਖ ਰੀਤ ਕੁਰੀਤ ਬਣੀ ਦੁਚਿਤੀ। ਇਹ ਤਾਂ ਦੁਚਿੱਤਾਪਨ ਬਣ ਗਿਆ ਵੀ ਹੁਣ ਕੀ ਕਰੀਏ। ਅੱਗੇ ਤੇ ਰਾਜੇ ਤੇ ਭਰੋਸਾ ਹੁੰਦਾ, ਰਾਜਾ ਵੀ ਫਿਕਰ ਵਿੱਚ ਹੈ, ਚਿੰਤਾ ਵਿੱਚ ਹੈ। ਇਹ ਕਿਸ ਤਰ੍ਹਾਂ ਇਹ ਹੋਵੇਗਾ, ਬਰਸਾਤ ਕਿਵੇਂ ਹੋਏਗੀ, ਸਾਡੀ ਸੁੱਕ ਰਹੀ ਫਸਲ ਹਰੀ ਕਿਵੇਂ ਹੋਵੇਗੀ। ਛੇਤਪਾਲ ਨਾ ਆਨਨ ਕਾਂਤਰਤੀ। ਕਹਿੰਦੇ ਨੇ ਜਿਹੜਾ ਰਾਜਾ ਹੈ ਉਸ ਰਾਜੇ ਦੇ ਬੋਲ ਵੀ ਜਿਹੜੇ ਆ ਸੱਚ ਨਹੀਂ ਹੋ ਪਾ ਰਹੇ ਤੇ ਸਾਡੀ ਖੇਤੀ ਦਿਨੋਂ ਦਿਨ ਕੁਮਲਾ ਰਹੀ ਹੈ। ਗੁਰਵਾਕ ਕਹੇ ਕਰਤਾਰ ਭਜੋ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਇਹਨਾਂ ਸਾਰਿਆਂ ਨੇ ਆਖਿਆ ਨਾ ਵੀ ਆਹ ਸਾਡੀ ਚਿੰਤਾ ਦਾ ਕਾਰਨ ਹੈ, ਤੇ ਸਭ ਕਹਿੰਦੇ ਫਿਰ ਕਰਤਾਰ ਭਜੋ, ਫਿਰ ਤੁਸੀਂ ਪਰਮਾਤਮਾ ਦੇ ਨਾਮ ਦਾ ਸਿਮਰਨ ਕਰੋ, ਭਾਵ ਤੁਸੀਂ ਰੱਬ ਨੂੰ ਚੇਤੇ ਕਰੋ। ਛੇਤਪਾਲਕ ਕੀ ਸ਼ਰਧਾ ਸੋ ਤਜੋ। ਕਹਿੰਦੇ ਨੇ ਇਹ ਜਿਹੜਾ ਤੁਸੀਂ ਰਾਜੇ ਤੇ ਨੀਰ ਪਾਣੀ ਜਿਹੜਾ ਉਹ ਭਰ ਜਾਏ, ਭਾਵ ਬਰਸਾਤ ਹੋ ਜਾਏਗੀ ਜੇ ਤੁਸੀਂ ਰੱਬ ਨੂੰ ਚੇਤੇ ਕਰੋਗੇ, ਉਹਦੇ ਅੱਗੇ ਫਰਿਆਦ ਕਰੋਗੇ। ਅਤ ਹੋਵੇ ਅੰਨ ਜਿਤੋ ਜੇ ਚਾਹ। ਔਰ ਜਿੰਨਾ ਤੁਸੀਂ ਅੰਨ ਚਾਹੁੰਦੇ ਹੋ ਤੁਹਾਨੂੰ ਤੁਹਾਡੇ ਖੇਤਾਂ ਵਿੱਚੋਂ ਉਹ ਫਸਲ ਵੀ ਚੰਗੀ ਹੋਏਗੀ, ਅਨਾਜ ਵੀ ਚੰਗਾ ਮਿਲ ਜਾਵੇਗਾ। ਕਰਤਾਰ ਸੋ ਕੋ ਤੇ ਧਾਮ ਕਹਾ। ਅੱਗੋਂ ਸਾਰੇ ਲੋਕ ਹੈਰਾਨ ਹੋ ਗਏ ਕਿਉਂਕਿ ਅੱਜ ਕਰਤਾਰ ਦਾ ਨਾਮ ਪਹਿਲੀ ਵਾਰੀ ਸੁਣਿਆ। ਇਹ ਕਰਤਾਰ ਕੌਣ ਹੈ, ਇਹ ਕਿੱਥੇ ਰਹਿੰਦਾ ਹੈ। ਸਾਰੇ ਲੋਕ ਇੱਕਦਮ ਹੈਰਾਨ ਹੋ ਗਏ। ਉਹਨਾਂ ਨੇ ਆਖਿਆ ਕਰਤਾਰ ਸੋ ਕੋ, ਇਹ ਕੌਣ ਹੈ ਕਰਤਾਰ। ਸਤਿਗੁਰੂ ਮਹਾਰਾਜ ਨੂੰ ਪੁੱਛਦੇ ਆ, ਕਹਿੰਦੇ ਤੈਂ ਧਾਮ ਕਹਾਂ, ਉਹਦਾ ਘਰ ਕਿੱਥੇ ਹੈ ਜਿਹੜੇ ਕਰਤਾਰ ਦੀ ਤੁਸੀਂ ਗੱਲ ਕਰਦੇ ਹੋ। ਨਹਿ ਕਾਨ ਸੁਨਿਓ ਨਹਿ ਨੈਣ ਲਹਾ। ਅਸੀਂ ਤੇ ਕੰਨਾਂ ਤੋਂ ਕਦੇ ਕਰਤਾਰ ਸੁਣਿਆ ਹੀ ਨਹੀਂ, ਅਸੀਂ ਨੈਣ ਅੱਖਾਂ ਤੋਂ ਕਦੇ ਉਸ ਕਰਤਾਰ ਨੂੰ ਵੇਖਿਆ ਹੀ ਨਹੀਂ ਹੈ ਜਿਹਦੇ ਅੱਗੇ ਤੁਸੀਂ ਕਹਿੰਦੇ ਹੋ ਵੀ ਅਸੀਂ ਫਰਿਆਦ ਕਰੀਏ ਤੇ ਬਰਸਾਤ ਹੋ ਜਾਏਗੀ, ਫਸਲ ਚੰਗੀ ਹੋ ਜਾਏਗੀ। ਉਹ ਕਰਤਾਰ ਰਹਿੰਦਾ ਕਿੱਥੇ ਹੈ। ਇਸ ਦੇਸ਼ ਕਬੈ ਨਹਿ ਆਏ ਰਹਾ। ਤੇ ਉਹ ਸਾਡੇ ਦੇਸ਼ ਕਦੇ ਆਇਆ ਕਿਉਂ ਨਹੀਂ। ਹੁਣ ਲੋਕ ਹੈਰਾਨੀ ਵਿੱਚ ਪੁੱਛ ਰਹੇ ਆ ਗੁਰੂ ਨਾਨਕ ਸਾਹਿਬ ਨੂੰ, ਕਹਿੰਦੇ ਇਹ ਕਰਤਾਰ ਬਾਰੇ ਤੁਸੀਂ ਜਾਣਦੇ ਹੋ ਤੇ ਉਹ ਸਾਡੇ ਦੇਸ਼ ਅੱਜ ਤੱਕ ਆਇਆ ਕਿਉਂ ਨਹੀਂ। ਨਹਿ ਦਾਨ ਕਿਸੂ ਤੇ ਦੀਨ ਆਹਾ। ਕਹਿੰਦੇ ਨਾ ਉਸ ਕਰਤ ਹੁਣ ਪਤਾ ਹੀ ਨਹੀਂ ਜਦ ਰੱਬ ਬਾਰੇ, ਤੇ ਫਿਰ ਉਹਨਾਂ ਨੂੰ ਕੀ ਪਤਾ ਇਹ ਦਾਤਾ ਕੌਣ ਦੇ ਰਿਹਾ, ਦੇਣ ਵਾਲਾ ਤੇ ਦਾਤਾਰ ਹੀ ਆ ਨਾ। ਦੱਦਾ ਦਾਤਾ ਏਕ ਹੈ ਸਭ ਕੋ, ਦੇਵਨਹਾਰ ਦਿੰਦੇ ਟੋਟ ਨ ਅਵਈ ਅਗਨਤ ਭਰੇ ਭੰਡਾਰ। ਪਰ ਉਸ ਬਾਰੇ ਕਦੇ ਕਿਸੇ ਨੇ ਜ਼ਿਕਰ ਹੀ ਨਹੀਂ ਕੀਤਾ। ਕਹਿੰਦੇ ਨੇ ਸਾਡੇ ਘਰ ਸਾਡੇ ਇਸ ਇਲਾਕੇ ਵਿੱਚ ਆ ਕੇ ਕਦੇ ਉਹਨੇ ਕਿਸੇ ਨੇ ਕੁਝ ਦਿੱਤਾ ਤੇ ਹੈ ਨਹੀਂ। ਬਿਕਸੇ ਮੁਖ ਸ਼੍ਰੀ ਪ੍ਰਭ ਬੈਣ ਕਹਾ। ਕਹਿੰਦੇ ਬਿਗਸੇ ਮੁਸਕਰਾਏ, ਧੰਨ ਗੁਰੂ ਨਾਨਕ ਸਾਹਿਬ ਜੀ ਇਹਨਾਂ ਦੇ ਬੋਲ ਸੁਣ ਕੇ ਮੁਸਕਰਾਏ ਹਨ। ਸਭ ਹੀ ਘਟ ਪੂਰਨ ਵਿਆਪ ਰਹਾ। ਮਹਾਰਾਜ ਕਹਿੰਦੇ ਜਿਹੜੇ ਕਰਤਾਰ ਦੀ ਮੈਂ ਗੱਲ ਕਰਦਾ ਨਾ ਉਹ ਤਾਂ ਤੁਹਾਡੇ ਸਾਰਿਆਂ ਦੇ ਅੰਦਰ ਬੈਠਾ ਹੋਇਆ ਹੈ। ਤੁਸੀਂ ਕਹਿੰਦੇ ਹੋ ਸਾਡੇ ਦੇਸ਼ ਕਦੇ ਆਇਆ ਹੀ ਨਹੀਂ, ਪਰ ਮੈਂ ਜਿਸ ਕਰਤਾਰ ਦੀ ਗੱਲ ਕੀਤੀ ਹੈ ਉਹ ਤਾਂ ਸਾਰਿਆਂ ਦੇ ਹਿਰਦੇ ਵਿੱਚ ਬੈਠਾ ਹੈ। ਘਟ ਹਿਰਦਾ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ। ਮਹਾਰਾਜ ਕਹਿੰਦੇ ਉਹ ਕਰਤਾਰ ਤੁਹਾਡੇ ਸਾਰਿਆਂ ਦੇ ਹਿਰਦੇ ਵਿੱਚ ਹੈ। ਸਿਮਰੇ ਉਰ ਹਾਜ਼ਰ ਹੋਤ ਸਦਾ। ਜੇ ਤੁਸੀਂ ਉਹਨੂੰ ਸਿਮਰਨ ਦਾ ਅਰਥ ਚੇਤੇ ਕਰੋਗੇ ਤਾਂ ਉਹ ਤੁਹਾਡੇ ਹਿਰਦੇ ਵਿੱਚੋਂ ਹੀ ਹਾਜ਼ਰ ਹੋ ਜਾਏਗਾ। ਤੁਹਾਡੇ ਹਿਰਦੇ ਵਿੱਚੋਂ ਹੀ ਉਹਦੀ ਹਾਜ਼ਰੀ ਤੁਹਾਨੂੰ ਮਹਿਸੂਸ ਹੋਏਗੀ ਕਿ ਉਹ ਹੈ, ਉਹਨੂੰ ਚੇਤੇ ਕਰਨਾ ਪਵੇਗਾ। ਭਗਵੰਤ ਅਨੰਤ ਨਾ ਆਏ ਕਦਾ। ਕਹਿੰਦੇ ਉਹ ਭਗਵੰਤ ਹੈ, ਅਨੰਤ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਇਸ ਲਈ ਉਹ ਹਿਰਦੇ ਦੇ ਅੰਦਰ ਹੀ ਹੈ, ਉਹਨੂੰ ਚੇਤੇ ਉਹਦੇ ਨਾਮ ਦਾ ਸਿਮਰਨ ਕਰਨਾ ਪਵੇਗਾ। ਜੋ ਜੜ ਜੰਗਮ ਕੋ ਦੇਤ ਦਾਨ। ਉਹ ਕੇਵਲ ਇੱਥੇ ਹੀ ਨਹੀਂ, ਜਿੰਨੇ ਵੀ ਜੜ ਜੰਗਮ, ਜਿੰਨੇ ਵੀ ਜੀਵ ਜੰਤੂ ਨੇ, ਜਿੰਨੇ ਵੀ ਇਸ ਧਰਤੀ ਤੇ ਭਾਵੇਂ ਆਸਮਾਨ ਤੇ ਉੱਡਣ ਵਾਲੇ, ਭਾਵੇਂ ਧਰਤੀ ਦੇ ਉੱਪਰ ਤੇ ਭਾਵੇਂ ਧਰਤੀ ਦੇ ਹੇਠਾਂ ਜਿੰਨੇ ਵੀ ਜੀਵ ਨੇ ਉਹ ਸਾਰਿਆਂ ਨੂੰ ਦੇਣ ਵਾਲਾ ਹੈ, ਉਹ ਸਾਰਿਆਂ ਦਾ ਪ੍ਰਬੰਧ ਕਰਨ ਵਾਲਾ ਹੈ। ਜਿਹ ਦੇਵ ਦੈਤ ਜਾਚੇ ਮਹਾਨ। ਇੱਥੋਂ ਤੱਕ ਕਿ ਦੇਵ ਔਰ ਦਾਨਵ ਇਹ ਵੀ ਉਸ ਮਾਲਕ ਦੇ ਅੱਗੇ ਹੀ ਜਾਚਨਾ ਕਰਦੇ ਹਨ। ਬ੍ਰਹਮੰਡ ਖੰਡ ਜਿਨ ਸਿਰਜ ਦੀਨ। ਕਹਿੰਦੇ ਉਹ ਕਰਤਾਰ ਹੈ ਜਿਹਨੇ ਪੂਰਾ ਬ੍ਰਹਿਮੰਡ ਸਿਰਜਿਆ ਹੈ। ਇਹ ਪੂਰੇ ਦਾ ਪੂਰਾ ਬ੍ਰਹਿਮੰਡ ਜਿਹਦੀ ਸਿਰਜਣਾ ਉਹਨੇ ਕੀਤੀ ਹੈ। ਦੇਹ ਸਿਮਰ ਹੋਏ ਸਭ ਕਸ਼ਟ ਛੀਣ। ਉਸ ਕਰਤਾਰ ਨੂੰ ਸਿਮਰੋ, ਉਹਨੂੰ ਚੇਤੇ ਕਰੋ, ਤੁਹਾਡੇ ਸਾਰੇ ਕਸ਼ਟ ਦੂਰ ਹੋ ਜਾਣਗੇ, ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ। ਜਦੋਂ ਤੁਸੀਂ ਉਸ ਕਰਤਾਰ ਨੂੰ ਬੜੀ ਭਾਵਨਾ ਨਾਲ ਦਿਲੋਂ ਸੱਚੇ ਦਿਲੋਂ ਯਾਦ ਕਰੋਗੇ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹਾਥ ਦੇ ਰੱਖ ਹੈ ਆਪਣੇ ਕੋ ਸਾਸ ਪ੍ਰਤ ਪਾਲੇ। ਉਹ ਆਪਣਾ ਹੱਥ ਦੇ ਕੇ ਫਿਰ ਪਾਲਣਾ ਕਰਦਾ ਹੈ, ਪਰ ਸੱਚੇ ਮਨੋਂ ਯਾਦ ਕਰਨਾ ਪੈਣਾ ਹੈ। ਕੇਵਲ ਦਿਖਾਵਾ, ਕੇਵਲ ਬਾਹਰੋਂ ਫਾਰਮੈਲਿਟੀ ਨਹੀਂ, ਅੰਦਰੋਂ ਸੱਚੇ ਮਨ ਨਾਲ ਯਾਦ ਕਰਨਾ ਪੈਣਾ ਉਹਨੂੰ, ਸੱਚੀ ਭਾਵਨਾ ਦੇ ਨਾਲ। ਸਭ ਕਹਿੰਦੇ ਜਦੋਂ ਤੁਸੀਂ ਉਹਨੂੰ ਯਾਦ ਕਰੋਗੇ ਤੁਹਾਡੇ ਸਾਰੇ ਕਸ਼ਟ ਦੂਰ ਹੋ ਜਾਵਣਗੇ। ਭਜ ਨਾਮ ਤਾਹੇ ਬਰਖਾ ਸੁਦੇ। ਭਜ ਨਾਮ, ਉਹਦੇ ਨਾਮ ਦਾ ਸਿਮਰਨ ਕਰੋ, ਉਹਦੇ ਨਾਮ ਦਾ ਸਿਮਰਨ ਭਾਵ ਰੱਬ ਨੂੰ ਚੇਤੇ ਕਰੋ। ਜਦੋਂ ਰੱਬ ਨੂੰ ਚੇਤੇ ਕਰੋਗੇ ਬਰਸਾਤ ਹੋ ਜਾਵੇਗੀ। ਅਨ ਟੋਟ ਅਨ ਸੁਖ ਸਾਰ ਲੇ। ਕਹਿੰਦੇ ਇੰਨਾ ਅਨਾਜ ਤੁਹਾਨੂੰ ਫਸਲ ਵਿੱਚੋਂ ਮਿਲੇਗਾ ਜਿਹਦੀ ਟੋਟ ਨਹੀਂ ਆਵੇਗੀ। ਸੁਣ ਕ੍ਰਿਸ਼ਕਾਰ ਤਬ ਕਹਿਤ ਬੈਣ। ਉਹ ਜਿੰਨੇ ਵੀ ਕਿਸਾਨ, ਜਿੰਨੇ ਵੀ ਇੱਥੇ ਜ਼ਿਮੀਂਦਾਰ ਇਕੱਠੇ ਹੋਏ ਨੇ ਉਹ ਸਾਰੇ ਗੁਰੂ ਨਾਨਕ ਸਾਹਿਬ ਦੀ ਗੱਲ ਬੜੀ ਹੈਰਾਨੀ ਵਿੱਚ ਸੁਣ ਰਹੇ, ਕਿਉਂਕਿ ਪਹਿਲੀ ਵਾਰ ਸੁਣ ਰਹੇ ਨੇ।
ਕਰਤਾਰ ਪਹਿਲੀ ਵਾਰ ਨਾਮ ਸੁਣਿਆ ਔਰ ਉਹ ਕਹਿੰਦੇ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਰਹਿੰਦਾ ਹੈ। ਇਹ ਵੀ ਬੜੀ ਵੱਡੀ ਹੈਰਾਨੀ ਵਾਲੀ ਗੱਲ ਹੈ ਕਿ ਕਰਤਾਰ ਹੈ, ਰਹਿੰਦਾ ਸਾਰਿਆਂ ਦੇ ਹਿਰਦੇ 'ਚ ਹੈ ਔਰ ਪੂਰੇ ਦਾ ਪੂਰਾ ਸੰਸਾਰ, ਪੂਰੇ ਦਾ ਪੂਰਾ ਬ੍ਰਹਿਮੰਡ ਉਹਨੇ ਹੀ ਬਣਾਇਆ ਹੈ। ਇਹ ਸਾਰੇ ਜੀਵ ਉਹਨੇ ਹੀ ਪੈਦਾ ਕੀਤੇ ਹੋਏ ਨੇ। ਇਹ ਸੁਣ ਕੇ ਕਹਿੰਦੇ ਬੜੇ ਹੈਰਾਨ ਹੋਏ ਹਨ। ਜਿਸ ਕੀ ਪਛਾਣ ਇਸ ਦੇਸ਼ ਹੈ ਨ। ਫਿਰ ਅੱਗੋਂ ਪਤਾ ਕੀ ਕਹਿੰਦੇ, ਕਹਿੰਦੇ ਠੀਕ ਹੈ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਅਸੀਂ ਮੰਨ ਲੈਂਦੇ ਹਾਂ, ਪਰ ਉਹਦੀ ਪਛਾਣ ਤੇ ਕੋਈ ਸਾਨੂੰ ਇਸ ਦੇਸ਼ ਵਿੱਚ ਪਤਾ ਹੀ ਨਹੀਂ। ਇਸ ਮੁਨਾਫਿਕ ਦੇਸ਼ ਵਿੱਚ ਪਤਾ ਹੀ ਨਹੀਂ ਉਹਦੀ ਪਛਾਣ ਕੀ ਹੈ, ਉਹਦੀਆਂ ਅੱਖਾਂ ਕਿੱਦਾਂ ਦੀਆਂ ਨੇ, ਉਹਦਾ ਚਿਹਰਾ ਕਿੱਦਾਂ ਦਾ ਹੈ, ਉਹ ਦਿਸਦਾ ਕਿੱਦਾਂ ਦਾ ਹੈ, ਉਹਦਾ ਆਕਾਰ ਸਰੀਰ ਦਾ ਕਿੱਦਾਂ ਦਾ ਹੈ, ਸਾਂਵਲੇ ਰੰਗ ਦਾ ਹੈ, ਕਿਹੜੇ ਰੰਗ ਦਾ ਹੈ, ਉਹਦੀ ਤਾਂ ਪਛਾਣ ਸਾਨੂੰ ਹੋ ਨਹੀਂ ਸਕੇਗੀ। ਅਬ ਹੀ ਸੁਣਾ ਤੁਮ ਮੁਖ ਦਵਾਰ। ਅਬ ਹੀ ਸੁਣਾ, ਹੁਣੇ ਹੀ ਸੁਣਿਆ ਤੁਹਾਡੇ ਕੋਲੋਂ। ਪਹਿਲੇ ਤੇ ਸਾਨੂੰ ਇਸ ਤਰ੍ਹਾਂ ਦਾ ਕੋਈ ਨਾ ਪਤਾ ਹੈ ਨਾ ਸਾਨੂੰ ਪਛਾਣ ਹੈ, ਆ ਪਹਿਲੀ ਵਾਰ ਤੁਹਾਡੇ ਕੋਲੋਂ ਸੁਣ ਰਹੇ ਹਾਂ। ਮੈਂ ਅੱਗੇ ਹਯਾ ਕਿਨਹੂ ਚਾਰ। ਕਹਿੰਦੇ ਅੱਗੇ ਭਾਵ ਪਹਿਲਾਂ ਕਦੇ ਕਿਸੇ ਨੇ ਇਸ ਤਰ੍ਹਾਂ ਦਾ ਨਾਮ ਨਾ ਉਚਾਰਿਆ ਤੇ ਨਾ ਕਿਸੇ ਨੇ ਇਸ ਤਰ੍ਹਾਂ ਦਾ ਨਾਮ ਸੁਣਿਆ ਹੈ। ਦੇਹ ਮੁਖ ਦਿਖਾਓ ਨਿਜ ਨੈਣ ਦੇਖ। ਅਸੀਂ ਆਪਣੀਆਂ ਅੱਖਾਂ ਨਾਲ ਦੇਖਣਾ ਚਾਹੁੰਦੇ ਹਾਂ, ਦਿਖਾਓ ਉਹਦਾ ਮੁਖ, ਕਰਤਾਰ ਦਾ ਚਿਹਰਾ ਦਿਖਾਓ ਸਾਨੂੰ। ਸਾਡੇ ਰਾਜੇ ਦਾ ਤੇ ਪਤਾ ਨਾ ਵੀ ਉਹਦਾ ਆ ਚਿਹਰਾ ਉਹਦਾ। ਹੁਣ ਤੁਸੀਂ ਜਿਹੜੇ ਕਰਤਾਰ ਦੀ ਗੱਲ ਕਰਦੇ ਹੋ ਸਾਨੂੰ ਉਹਦਾ ਮੁਖ ਦਿਖਾਉਣਾ ਕਰੋ। ਸਿਮਰਨ ਕਰੋ ਨਿਸ ਦਿਨ ਵਿਸੇਖ। ਮਹਾਰਾਜ ਜੀ ਕਹਿੰਦੇ ਜੇ ਉਹਦਾ ਮੁਖੜਾ ਕਰਤਾਰ ਦਾ ਵੇਖਣਾ ਚਾਹੁੰਦੇ ਹੋ, ਜੇ ਉਹਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਫਿਰ ਇੱਕ ਮਨ ਇੱਕ ਚਿੱਤ ਹੋ ਕੇ ਉਹਨੂੰ ਯਾਦ ਕਰੋ। ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ। ਹੁਣ ਆਪਾਂ ਸਾਰੇ ਮੇਰੇ ਸਮੇਤ ਵੇਖੀਏ ਕਿ ਆ ਇੱਕ ਮਨ ਇੱਕ ਚਿੱਤ ਤੇ ਭਾਏ ਇਹ ਅਵਸਥਾ ਸਾਡੇ ਅੰਦਰ ਹੈ, ਤੇ ਜੇ ਹੈ ਤੇ ਫਿਰ ਜ਼ਰੂਰ ਦੀਦਾਰ ਹੋਣਗੇ, ਜ਼ਰੂਰ ਮਹਿਸੂਸ ਹੋਵੇਗਾ ਕਿ ਉਹ ਹੈ। ਪਰ ਇੱਕ ਮਨ ਇੱਕ ਚਿੱਤ ਹੁੰਦਾ ਕਿੱਥੇ ਹੈ? ਨਿਤਨੇਮ ਹੋ ਜਾਂਦਾ ਹੈ, ਇੱਕ ਮਨ ਇੱਕ ਚਿੱਤ ਨਹੀਂ ਹੁੰਦਾ। ਸਤ ਸੰਗਤ ਹੋ ਜਾਂਦੀ ਹੈ, ਇੱਕ ਮਨ ਇੱਕ ਚਿੱਤ ਨਹੀਂ ਹੁੰਦਾ। ਇੱਥੋਂ ਤੱਕ ਕਥਾ ਵੀ ਬੋਲ ਕੇ ਹੋ ਜਾਂਦੀ ਹੈ, ਪਰ ਅੰਦਰ ਇੱਕ ਮਨ ਇੱਕ ਚਿੱਤ ਕਿੱਥੇ ਹੁੰਦਾ ਹੈ? ਕੀਰਤਨ ਵੀ ਹੋ ਜਾਂਦਾ ਹੈ, ਅਰਦਾਸ ਵੀ ਹੋ ਜਾਂਦੀ ਹੈ, ਹੁਕਮ ਵੀ ਹੋ ਜਾਂਦਾ ਹੈ, ਸਾਰਾ ਕੁਝ ਹੋ ਜਾਂਦਾ ਹੈ, ਪਰ ਇੱਕ ਮਨ ਇੱਕ ਚਿੱਤ ਨਹੀਂ ਹੁੰਦਾ। ਜਿਸ ਦਿਨ ਇੱਕ ਮਨ ਇੱਕ ਚਿੱਤ ਹੋ ਜਾਣਗੇ ਉਸ ਦਿਨ ਅੱਖ ਨਹੀਂ ਖੁੱਲੇਗੀ, ਅੰਦਰੋਂ ਹੀ ਉਹਦਾ ਦੀਦਾਰ ਹੋਏਗਾ ਉਸ ਦਿਨ। ਕਿਉਂਕਿ ਬਾਹਰ ਦੀ ਅੱਖ ਨਾਲ ਤੇ ਦਿਸਣਾ ਹੀ ਨਹੀਂ ਉਹਨੇ ਤਾਂ ਅੰਦਰ ਦੀ ਨਾਲ ਦਿਸਣਾ ਹੈ। ਜਿਵੇਂ ਪਾਣੀ ਇੱਕ ਦਿਨ ਜ਼ਿਕਰ ਕੀਤਾ ਸੀ, ਭਾਂਡਾ ਭਰ ਲਓ, ਪਾਣੀ ਵਿੱਚ ਭਰ ਲਓ ਭਾਂਡੇ ਦੇ, ਤੇ ਪਾਣੀ ਜਿੰਨਾ ਚਿਰ ਹਿਲਦਾ ਉਹਦੇ 'ਚ ਕੁਝ ਨਹੀਂ ਦਿਸਣਾ। ਜਦੋਂ ਪਾਣੀ ਟਿਕ ਗਿਆ ਤੁਸੀਂ ਆਪਣੀ ਤਸਵੀਰ ਉਹਦੇ ਵਿੱਚ ਵੇਖ ਲਓ, ਤੁਸੀਂ ਆਸਮਾਨ ਉਹਦੇ ਵਿੱਚ ਵੇਖ ਸਕਦੇ ਹੋ। ਸਾਡਾ ਮਨ ਨਹੀਂ ਟਿਕਦਾ ਅੰਦਰ, ਇਹ ਮਨ ਚੰਚਲ ਹੈ। ਚੰਚਲ ਦਾ ਅਰਥ ਚੱਲਦਾ ਪਿਆ, ਚੱਲੀ ਜਾ ਰਿਹਾ, ਇਹ ਟਿਕਦਾ ਹੀ ਨਹੀਂ। ਜਿਸ ਦਿਨ ਚਿੱਤ ਨਾਲ ਜੁੜ ਕੇ ਮਨ ਟਿਕ ਜਾਏਗਾ ਉਸ ਦਿਨ ਸਾਨੂੰ ਆਪਣੀ ਮੂਰਤ ਸਮਝ ਆ ਜਾਏਗੀ, ਉਸ ਦਿਨ ਸਾਨੂੰ ਅਧਿਆਤਮਿਕ ਜੀਵਨ ਨਜ਼ਰ ਆ ਜਾਏਗਾ ਸਾਡਾ। ਇਸ ਲਈ ਮਹਾਰਾਜ ਨੇ ਆਖਿਆ ਉਹਨੂੰ ਦਿਲੋਂ ਯਾਦ ਕਰੋ। ਦਿਲੋਂ ਯਾਦ ਕਰੋਗੇ ਤੁਹਾਨੂੰ ਉਹ ਮਹਿਸੂਸ ਹੋਵੇਗਾ। ਗੁਰ ਕਹੇ ਨਾ ਦੇਖਿਓ ਜਾਏ ਸੋਏ। ਮਹਾਰਾਜ ਜੀ ਤੁਸੀਂ ਕਹਿੰਦੇ ਹੋ ਉਹ ਦਿਸ ਪਏਗਾ, ਪਰ ਅਸੀਂ ਤੇ ਉਹਨੂੰ ਦੇਖਿਆ ਹੀ ਨਹੀਂ ਅੱਜ ਤੱਕ, ਤੇ ਸਾਨੂੰ ਉਹ ਸਮਝ ਕਿਵੇਂ ਆਵੇਗਾ? ਸਿਮਰਨ ਕਰੋ ਇਛ ਪੂਰ ਹੋਏ। ਮਹਾਰਾਜ ਕਹਿੰਦੇ ਉਹਨੂੰ ਯਾਦ ਤਾਂ ਕਰੋ। ਜਦੋਂ ਤੁਸੀਂ ਉਹਨੂੰ ਯਾਦ ਹੀ ਨਹੀਂ ਕਰੋਗੇ ਫਿਰ ਗੱਲ ਕਿਵੇਂ ਬਣੇਗੀ? ਯਾਦ ਤਾਂ ਕਰੋ, ਤੁਹਾਡੀ ਇੱਛਾ ਦੀ ਪੂਰਤੀ ਹੋਵੇਗੀ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਧੀਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਇਸ ਲਈ ਮਹਾਰਾਜ ਕਹਿੰਦੇ ਦਿਲੋਂ ਯਾਦ, ਜਿਵੇਂ ਆਪਣੇ ਰਾਜੇ ਨੂੰ ਦਿਲੋਂ ਆਵਾਜ਼ ਦਿੰਦੇ ਹੋ, ਇੱਕ ਵਾਰੀ ਕਰਤਾਰ ਨੂੰ ਵੀ ਤਾਂ ਦਿਲੋਂ ਆਵਾਜ਼ ਦੇ ਕੇ ਦੇਖਣਾ ਕਰੋ। ਕੁਦਰਤੀ ਸੰਗ ਜਾਣਿਓ ਸੋ ਜਾਏ। ਉਹ ਜਿਵੇਂ ਆ ਕੁਦਰਤ ਵੇਖ ਰਹੇ ਹੋ ਨਾ, ਬਸ ਇਸ ਕੁਦਰਤ ਵਿੱਚ ਹੀ ਕਾਦਰ ਵਸਦਾ ਹੈ। ਬਲਹਾਰੀ ਕੁਦਰਤ ਵਸਿਆ, ਉਹ ਕੁਦਰਤ ਦੇ ਵਿੱਚ ਹੀ ਵਸਦਾ ਹੈ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ। ਨਹਿ ਆਪਣਾ ਆਪ ਕਿਸਹੂ ਲਖਾਏ। ਇਦਾਂ ਆਪਣੇ ਆਪ ਨਹੀਂ ਉਹ ਕਿਸੇ ਨੂੰ ਆਪਣਾ ਆਪਾ ਜਣਾਉਂਦਾ, ਇਸ ਲਈ ਉਹਨੂੰ ਚੇਤੇ ਕਰਨਾ ਪੈਣਾ, ਉਹਨੂੰ ਯਾਦ ਕਰਨਾ। ਹੁਣ ਦੇਖੋ ਸਾਨੂੰ ਕੋਈ ਯਾਦ ਆਵੇ ਉਸੇ ਵੇਲੇ ਦਿਮਾਗ 'ਚ ਉਹਦੀ ਤਸਵੀਰ ਆ ਜਾਂਦੀ ਹੈ ਨਾ। ਕਿਸੇ ਨੂੰ ਵੀ ਆਪਾਂ ਯਾਦ ਕਰੀਏ, ਭਾਵੇਂ ਉਹ ਦੁਨੀਆ ਤੋਂ ਚਲਾ ਵੀ ਗਿਆ, ਕਿੰਨੇ ਸਾਲ ਹੋ ਗਏ, 20 ਸਾਲ 10 ਸਾਲ 5 ਸਾਲ ਹੋ ਗਏ ਦੁਨੀਆ ਤੋਂ ਗਿਆ, ਅੱਜ ਵੀ ਜਦੋਂ ਉਹਦਾ ਚੇਤਾ ਆਉਂਦਾ ਨਾਲ ਹੀ ਤਸਵੀਰ ਅੱਖਾਂ ਸਾਹਮਣੇ ਆ ਜਾਂਦੀ ਹੈ। ਹਾਲਾਂਕਿ ਉਹਨੂੰ ਗਿਆ ਨੂੰ ਵੀ ਦੁਨੀਆ ਤੋਂ 20 ਸਾਲ ਹੋ ਗਏ, ਪਰ ਹਜੇ ਜਦੋਂ ਵੀ ਯਾਦ ਕਰਦੇ ਹਾਂ ਨਾਲ ਹੀ ਉਹਦੀ ਤਸਵੀਰ ਬਣ ਜਾਂਦੀ ਹੈ। ਜਦੋਂ ਅਸੀਂ ਰੱਬ ਨੂੰ ਯਾਦ ਕਰਾਂਗੇ ਤੇ ਫਿਰ ਕਿਉਂ ਨਹੀਂ ਬਣੇਗੀ ਦਿਮਾਗ ਵਿੱਚ ਉਹਦੀ ਮੂਰਤ ਕਿਉਂ ਨਹੀਂ ਬਣੇਗੀ? ਪਰ ਅੰਦਰੋਂ ਯਾਦ ਨਹੀਂ ਕਰ ਪਾ ਰਹੇ ਅਸੀਂ। ਯਾਦ ਕਿਹਨੇ ਕਰਨਾ ਹੈ? ਚੇਤਾ ਕਿਹਨੇ ਕਰਨਾ ਹੈ? ਮਨ ਨੇ। ਪਰ ਮਨ ਚੇਤਾ ਨਹੀਂ ਨਾ ਕਰ ਰਿਹਾ, ਮਨ ਤੇ ਕਿਤੇ ਹੋਰ ਉਡਾਰੀ ਮਾਰ ਕੇ ਬੈਠਾ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਇੱਕ ਵਾਰੀ ਉਹਨੂੰ ਦਿਲੋਂ ਆਵਾਜ਼, ਜਬ ਬਾਤ ਦਿਲ ਸੇ ਨਿਕਲਤੀ ਹੈ ਤੋ ਅਸਰ ਰੱਖਤੀ ਹੈ, ਮੁਸ਼ਕਲ ਤੋਂ ਇਹ ਹੈ ਮੁਸ਼ਕਲ ਸੇ ਨਿਕਲਤੀ ਹੈ। ਮਹਾਰਾਜ ਕਹਿੰਦੇ ਇੱਕ ਵਾਰੀ ਕਰਤਾਰ ਨੂੰ ਵੀ ਇਦਾਂ ਚੇਤੇ ਕਰੋ ਜਿਵੇਂ ਤੁਸੀਂ ਆਪਣੇ ਰਾਜੇ ਨੂੰ ਚੇਤੇ ਕਰਦੇ ਹੋ। ਨਰ ਕਹੈ ਜੇ ਦੇਖਿਓ ਨਿਜ ਨਾ ਨੈਣ। ਕਹਿੰਦੇ ਅੱਗੋਂ ਲੋਕ ਕਹਿੰਦੇ ਆ ਵੀ ਜਿਹੜਾ ਅੱਖਾਂ ਤੋਂ ਦੇਖਿਆ ਹੀ ਨਹੀਂ ਹੈ, ਕਿਸ ਪਾਸ ਕਹੋ ਜਾਚਣ ਸੋ ਬੈਣ। ਅਸੀਂ ਕਿਹੜੇ ਪਾਸੇ ਮੂੰਹ ਕਰਕੇ ਉਹਦੇ ਅੱਗੇ ਜਾਚਨਾ ਕਰੀਏ ਜਦ ਸਾਨੂੰ ਕਰਤਾਰ ਦਾ ਪਤਾ ਨਹੀਂ, ਉਹਨੂੰ ਦੇਖਿਆ ਨਹੀਂ, ਸਾਡੇ ਕਦੇ ਸ਼ਹਿਰ ਆਇਆ ਨਹੀਂ, ਕਦੇ ਉਹਦੇ ਬਾਰੇ ਸੁਣਿਆ ਨਹੀਂ। ਅਸੀਂ ਕਿਹੜੇ ਪਾਸੇ ਮੂੰਹ ਕਰਕੇ ਉਹਨੂੰ ਪੁਕਾਰ ਕਰੀਏ, ਉਹਦੇ ਅੱਗੇ ਜਾਚਨਾ ਕਰੀਏ? ਜਾਨੋ ਨਾ ਕੁਦਰਤੀ ਕੌਣ ਹੋਏ। ਮਹਾਰਾਜ ਉਹ ਕਹਿੰਦੇ ਅਸੀਂ ਨਹੀਂ ਜਾਣਦੇ ਇਹ ਕੁਦਰਤ ਵਿੱਚ ਕਿਵੇਂ ਵਸਦਾ ਹੈ, ਸਾਨੂੰ ਨਹੀਂ ਪਤਾ ਹੈ। ਕੁਛ ਪਤਾ ਦੇ ਹੋ ਲਖੇ ਵਸੋਏ। ਕਹਿੰਦੇ ਕੁਛ ਤਾਂ ਉਹਦਾ ਪਤਾ ਦਿਓ, ਕੁਛ ਤਾਂ ਮਾੜਾ ਜਿਹਾ ਇਸ਼ਾਰਾ ਦਿਓ ਕਿ ਉਹ ਕਰਤਾਰ ਇਦਾਂ ਦਾ ਹੈ। ਤੇ ਜੇ ਸਾਨੂੰ ਤੁਸੀਂ ਕੁਛ ਵੀ ਨਹੀਂ ਦੱਸੋਗੇ ਸਾਨੂੰ ਪਤਾ ਕਿਵੇਂ ਲੱਗੇਗਾ? ਇਸ ਤਰ੍ਹਾਂ ਇਹ तमाम ਲੋਕ ਇਕੱਠੇ ਹੋਏ ਗੁਰੂ ਨਾਨਕ ਸਾਹਿਬ ਜੀ ਨੂੰ ਕਹਿ ਰਹੇ ਆ ਕਿ ਜਿਹੜਾ ਤੁਸੀਂ ਕਰਤਾਰ ਕਹਿੰਦੇ ਹੋ ਤੇ ਅਸੀਂ ਦੇਖਿਆ ਹੀ ਨਹੀਂ, ਕਦੇ ਸਾਡੇ ਕਦੇ ਆਇਆ ਹੀ ਨਹੀਂ, ਕਦੇ ਉਹਨੇ ਕਿਸੇ ਨੂੰ ਕੁਝ ਦਿੱਤਾ ਹੀ ਨਹੀਂ। ਜਿਹੜੇ ਭਰਮ ਵਿੱਚ ਪਾਉਣ ਵਾਲੇ ਲੋਕ ਹੁੰਦੇ ਨੇ ਉਹ ਇਸ ਤਰ੍ਹਾਂ ਭਰਮ ਜਾਲ ਵਿਛਾ ਕੇ ਆਪਣੇ ਨਾਲ ਜੋੜ ਲੈਂਦੇ ਆ, ਪਰ ਗੁਰੂ ਨਾਨਕ ਸਾਹਿਬ ਆਪਣੇ ਨਾਲ ਨਹੀਂ ਕਰਤਾਰ ਨਾਲ ਜੋੜਨ ਵਾਸਤੇ ਆਏ ਆ। ਇਸ ਲਈ ਜਿਹੜਾ ਸਾਨੂੰ ਨਿਰੰਕਾਰ ਨਾਲ ਜੋੜਨ ਆਇਆ ਅਸੀਂ ਉਹਦੇ ਘਰ ਦੇ ਗੋਲੇ ਬਣ ਜਾਈਏ। ਜਦੋਂ ਗੋਲੇ ਬਣ ਜਾਾਂਗੇ ਫਿਰ ਹਰ ਪੱਖ ਤੋਂ ਗੁਲਾਮੀ ਤੋਂ ਛੁਟਕਾਰਾ ਹੋ ਜਾਏਗਾ, ਆਜ਼ਾਦ ਜੀਵਨ ਜਿਹੜਾ ਸਾਡਾ ਨਿਰੰਕਾਰ ਦੇ ਨਾਲ ਜੁੜ ਜਾਏਗਾ। ਕਿਵੇਂ ਗੁਰੂ ਸਾਹਿਬ ਜੀ ਇਹਨਾਂ ਨੂੰ ਸਮਝਾ ਕੇ ਨਿਰੰਕਾਰ ਦੇ ਨਾਲ ਜੁੜਨਗੇ, ਕਿਵੇਂ ਇਹਨਾਂ ਦੇ ਮਨ ਦਾ ਭਰਮ ਮਿਟਾਉਣਗੇ, ਅਗਲੇਰੇ ਸਮੇਂ ਵਿੱਚ ਇਸ ਇਤਿਹਾਸ ਨੂੰ ਜਾਣਨ ਦਾ ਯਤਨ ਕਰਾਂਗੇ। ਸਮਾਂ ਸਮਾਪਤ ਹੈ। ਅਰਦਾਸ ਕਰੀਏ, ਸਤਿਗੁਰੂ ਤੁਹਾਡੇ ਘਰ ਦੇ ਗੋਲੇ ਬਣਨ ਆਏ ਆ, ਆਪਣੇ ਘਰ ਦੇ ਗੋਲੇ ਬਣਾਓ ਤਾਂ ਕਿ ਸਾਨੂੰ ਵੀ ਕਰਤਾਰ ਦੀ ਨਿਰੰਕਾਰ ਦੀ ਵਾਹਿਗੁਰੂ ਜੀ ਦੀ ਸੋਝੀ ਆ ਸਕੇ। ਗੁਰਾ ਇੱਕ ਦੇਹ ਵਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਇਸ ਲਈ ਤੁਹਾਡੇ ਘਰ ਦੇ ਗੋਲੇ ਬਣਨ ਆਏ ਆ, ਸਾਡੇ ਤੇ ਕਿਰਪਾ ਕਰ ਦਿਓ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ, ਤੁਮ ਹੀ ਸੱਜਣ ਸੁਹੇਲੇ, ਤੁਮ ਹੀ ਸੱਜਣ ਸੁਹੇਲੇ, ਤੁਮ ਹੀ ਸੱਜਣ ਸੁਹੇਲੇ। ਰਾਖੋ ਰਾਖਣ ਹਾਰ ਦਿਆਲਾ, ਰਾਖੋ ਰਾਖਣ ਹਾਰ ਦਿਆਲਾ, ਰਾਖੋ ਰਾਖਣ ਹਾਰ ਦਿਆਲਾ, ਰਾਖੋ ਰਾਖਣ ਹਾਰ ਦਿਆਲਾ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ। ਗੁਰੂ ਪਾਤਸ਼ਾਹ ਜੀ ਕਿਰਪਾ ਕਰਨ।
ਗੁਰੂ ਵਾਲੇ ਬਣੀਏ। ਗੁਰੂ ਸਾਹਿਬ ਜੀ ਦਾ ਉਪਦੇਸ਼ ਲੈ ਕੇ ਆਪਣੇ ਜੀਵਨ ਅੰਦਰ ਕਮਾਉਂਦਿਆਂ ਹੋਇਆਂ, ਗੁਰਮੁਖਾਂ ਦੀ ਸੰਗਤ ਕਰਦਿਆਂ, ਨਾਮ ਬਾਣੀ ਦਾ ਅਭਿਆਸ ਕਰਦਿਆਂ, ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਪੁੱਲਾਂ ਹੋਈਆਂ। ਸਤਿਗੁਰੂ ਬਖਸ਼ ਦੇਣ, ਸਭਨਾਂ ਤੇ ਮੇਰ ਦਾ ਹੱਥ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।